ਵੀ ਦੇਖ ਰਹੇ ਸਾਰੇ ਹੀ ਸੰਸਾਰ ਦੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਜੈ ਗੁਰਦੇਵ, ਜੈ ਭੀਮ, ਜੈ ਭਗਵਾਨ ਵਾਲਮੀਕੀ ਜੀ। ਸੋ ਇੱਕ ਵਾਰ ਫਿਰ ਆਪ ਜੀ ਦੇ ਰੂਬਰੂ ਦੂਸਰੇ ਪਾਰਟ ਦੇ ਵਿੱਚ ਪ੍ਰੋਗਰਾਮ ਰਵਿਦਾਸ ਰਹੇ ਪ੍ਰਸੰਨ, ਜੋ ਕਿ ਸਾਡੇ ਬਹੁਤ ਹੀ ਰਿਸਪੈਕਟਡ ਵੀਰ ਹਰਬੰਸ ਲਾਲ ਸ਼ੌਂਕੀ ਜੀ ਲੈ ਕੇ ਆਉਂਦੇ ਹਨ, ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਔਰ ਉਹਨਾਂ ਦੇ ਹੁਕਮ ਅਨੁਸਾਰ ਆਪ ਜੀ ਦੇ ਰੂਬਰੂ। ਸੋ ਸਭ ਤੋਂ ਪਹਿਲਾਂ ਇੱਕ ਦੋ ਅਨਾਊਂਸਮੈਂਟਸ ਕਰ ਲਈਏ, ਉਸ ਤੋਂ ਅੱਗੇ ਵਧਦੇ ਹਾਂ। ਲੇਟ ਸ਼੍ਰੀ ਹੰਸਰਾਜ ਅਤੇ ਬੀਬੀ ਦੀਪੋ ਜੀ ਅਤੇ ਸਮੂਹ ਪਰਿਵਾਰ ਉਹ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਕਾਂਸ਼ੀ ਟੀਵੀ ਨੂੰ 101 ਪਾਉਂਡਸ ਜਿਹੜੇ ਆ ਉਹ ਦੇ ਰਹੇ ਆ। ਅਸੀਂ ਇਸ ਪਰਿਵਾਰ ਦੇ ਬਹੁਤ ਬਹੁਤ ਧੰਨਵਾਦੀ ਹਾਂ। ਕਾਂਸ਼ੀ ਟੀਵੀ ਇਸ ਪਰਿਵਾਰ ਦਾ ਬਹੁਤ ਧੰਨਵਾਦੀ ਹੈ। ਔਰ ਜੋ ਸਾਡੇ ਫੋਨ ਕਾਲ ਆਈ ਸੀ ਸਾਡੀ ਬੀਬੀ ਭੈਣ ਜੀ ਸਤਿਆ ਮੈਮੀ, ਜਿਨ੍ਹਾਂ ਨੇ ਦੱਸਿਆ ਸੀਗਾ ਕਿ ਉਹਨਾਂ ਦਾ ਗ੍ਰੈਂਡਸਨ ਕੀਰਤਨ ਮੈਮੀ 16 ਸਾਲ ਦੇ ਅੱਜ ਹੋਏ ਆ, ਔਰ ਉਸ ਵੇਲੇ ਥੋੜ੍ਹੀ ਜਿਹੜੀ ਵੋਲੀਅਮ ਸੀ ਆਵਾਜ਼ ਦਾ ਉਹ ਥੋੜ੍ਹਾ ਪ੍ਰੋਬਲਮ ਕਰ ਰਿਹਾ ਸੀ ਅਤੇ ਮੈਂ ਨਾਂ ਨਹੀਂ ਸੁਣ ਸਕਿਆ ਸੀ। ਸੋ ਉਹਨਾਂ ਦੇ ਗ੍ਰੈਂਡਸਨ ਦਾ ਨਾਂ ਹੈਗਾ ਕੀਰਤਨ ਮੈਮੀ, ਔਰ ਉਹਨਾਂ ਦੀ ਗ੍ਰੈਂਡ ਡਾਟਰ ਜਿਹੜੀ ਆ ਉਹ ਕੱਲ੍ਹ ਨੂੰ ਉਹਨਾਂ ਦਾ ਜਨਮ ਦਿਨ ਆ, ਔਰ ਉਹਨਾਂ ਨੂੰ ਅਸੀਂ ਇੱਕ ਵਾਰ ਫਿਰ ਲੱਖ ਲੱਖ ਵਧਾਈਆਂ ਦਿੰਦੇ ਹਾਂ ਜੀ। ਬਾਕੀ ਜੋ ਅੱਜ ਦਾ ਇੱਕ ਪ੍ਰੋਗਰਾਮ ਆਉਂਦਾ ਆ 4 ਵਜੇ ਹੈਲਥ ਟਾਕ ਸ਼ੋ, ਉਹ ਅੱਜ ਤੋਂ ਬਾਅਦ ਜਿਹੜਾ ਉਹਦਾ ਟਾਈਮ ਚੇਂਜ ਹੋ ਗਿਆ ਆ। ਜਿਸ ਤਰ੍ਹਾਂ ਕੰਟਰੋਲ ਰੂਮ ਤੋਂ ਮੈਸੇਜ ਆਇਆ ਕਿ ਉਹ ਅੱਜ ਤੋਂ ਚੇਂਜ ਹੋਇਆ, ਕਿ ਵੈਸੇ ਤਾਂ ਪਹਿਲਾਂ 4 ਵਜੇ ਆਉਂਦਾ ਸੀਗਾ, ਉਹ ਅੱਜ ਤੋਂ 5 ਵਜੇ ਹੋ ਗਿਆ ਹੈ। ਸੋ ਸਾਰੇ ਹੀ ਜਿਹੜੇ ਵੀ ਸਾਡੇ ਸਰੋਤਾਗਣ, ਸਾਡੇ ਦਰਸ਼ਕ ਦੇਖ ਰਹੇ ਆ, ਸੁਣ ਰਹੇ ਆ, ਉਹਨਾਂ ਦੀ ਜਾਣਕਾਰੀ ਵੀ ਅਸੀਂ ਦੱਸ ਰਹੇ ਹਾਂ ਕਿ ਹੈਲਥ ਟਾਕ ਸ਼ੋ ਅੱਜ ਤੋਂ 5 ਵਜੇ ਤੋਂ ਆਇਆ ਕਰੇਗਾ ਹਰ ਸੰਡੇ। ਸੋ ਆਪਾਂ ਅੱਗੇ ਵੱਧਦੇ ਹਾਂ। ਰਵਿਦਾਸ ਰਹੇ ਪ੍ਰਸੰਨ, ਜਿਸ ਤਰ੍ਹਾਂ ਪਹਿਲੇ ਪਾਰਟ ਦੇ ਵਿੱਚ ਐਕਸਪਲੇਨ ਕੀਤਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਬਹੁਤ ਹੀ ਪਾਵਨ ਸ਼ਲੋਕ, ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਅੰਨ, ਛੋਟ ਬੜੇ ਸਭ ਸੰਭ ਸੇ ਰਵਿਦਾਸ ਰਹੇ ਪ੍ਰਸੰਨ। ਸੋ ਇਹ 3 ਸ਼ਬਦ ਜੋ ਸ਼ੌਂਕੀ ਸਾਹਿਬ ਲੈ ਕੇ ਆਉਂਦੇ ਹਨ, ਇਹਨਾਂ ਸ਼ਬਦਾਂ ਦੇ ਵਿੱਚ ਨਾ ਤਾਂ ਅਸੀਂ ਕੁਛ ਘਟਾ ਸਕਦੇ ਹਾਂ, ਨਾ ਵਧਾ ਸਕਦੇ ਹਾਂ। ਸੋ ਆ ਪ੍ਰੋਗਰਾਮ ਆਪਣੇ ਆਪ ਦੇ ਵਿੱਚ ਨਾ ਜਿਹੜਾ ਉਹ ਜਦੋਂ ਅਸੀਂ ਸੋਚਦੇ ਹਾਂ ਇਸ ਨੂੰ, ਤਾਂ ਐਸਾ ਚਾਹੂੰ ਰਾਜ ਮੈਂ ਦਿਮਾਗ ਦੇ ਵਿੱਚ ਇੱਕਦਮ ਆ ਜਾਂਦਾ ਹੈ। ਸੋ ਆਓ ਸਭ ਤੋਂ ਪਹਿਲਾਂ ਜੋ 2021 ਦੇ ਵਿੱਚ ਇਸ ਸਾਲ ਜਾਣੀ ਜਿਹੜੀਆਂ ਜਨਗਣਨਾ ਹੋ ਰਹੀਆਂ, ਸੈਂਸਸ ਆ ਰਹੀਆਂ, ਉਹਨਾਂ ਦੇ ਵਿੱਚ ਅਸੀਂ ਜਿਸ ਤਰ੍ਹਾਂ ਕੱਲ੍ਹ ਵੀ ਪ੍ਰੋਗਰਾਮ ਆਇਆ ਸੀਗਾ ਕਿ ਸਾਨੂੰ ਰਿਲੀਜਨ ਦੇ ਵਿੱਚ ਸਾਨੂੰ ਰਵਿਦਾਸੀਆ ਲਿਖਾਉਣਾ ਚਾਹੀਦਾ ਤਾਂ ਕਿ ਸਾਨੂੰ ਗਿਣਤੀ ਪਤਾ ਲੱਗੇ। ਅਗਰ ਗਿਣਤੀ ਨਹੀਂ ਪਤਾ ਲੱਗੀ ਤਾਂ ਅਸੀਂ ਗੁੰਮਰਾਹ ਹੋਵਾਂਗੇ, ਸਾਨੂੰ ਪਤਾ ਹੀ ਨਹੀਂ ਕਿ ਅਸੀਂ ਕਿੰਨੇ ਲੋਕ ਹਾਂ ਜਾਂ ਕਿਸ ਤਰ੍ਹਾਂ ਹੈਗਾ। ਔਰ ਜੋ ਭਾਰਤ ਦੇਸ਼ ਦੇ ਵਿੱਚ ਸਾਡੇ ਸਮਾਜ ਦੇ ਲੋਕ ਰਹਿੰਦੇ ਆ, ਉਹਨਾਂ ਨੂੰ ਵੀ ਮੈਸੇਜ ਹੈ ਕਿ ਉਹ ਸਾਰੇ ਜਦੋਂ ਜਨਗਣਨਾ ਆਉਣ, ਉਹ ਜੋ ਕਾਲਮ ਹੈ ਉਹਦੇ ਵਿੱਚ ਰਵਿਦਾਸੀਆ ਲਿਖਣ। ਔਰ ਬਹੁਤ ਸਾਰੀਆਂ ਸੰਸਥਾਵਾਂ, ਬਹੁਤ ਸਾਰੇ ਅਦਾਰੇ ਜਿਹੜੇ ਆ ਉਹ ਗੌਰਮੈਂਟ ਆਫ ਇੰਡੀਆ ਨੂੰ, ਜੋ ਸੈਂਸਸ ਜੋ ਬੋਰਡ ਹੈ, ਉਹਨਾਂ ਨੂੰ ਰਿਕੁਐਸਟ ਕਰ ਰਹੇ ਆ ਕਿ ਉਹ ਜੋ ਫੋਰਮ ਹੈ ਉਹਦੇ ਵਿੱਚ ਕਾਲਮ ਦੇ ਵਿੱਚ ਰਵਿਦਾਸੀਆ ਕਾਲਮ ਜਿਹੜਾ ਉਹ ਬਣਾਇਆ ਜਾਵੇ, ਤਾਂ ਕਿ ਕਾਲਮ ਦੇ ਵਿੱਚ ਹੀ ਅਸੀਂ ਲਿਖ ਦਈਏ ਕਿ ਸਾਡੇ ਪਰਿਵਾਰ ਦੇ ਇੰਨੇ ਮੈਂਬਰ ਹਨ। ਤੋ ਉਹ ਕਾਲਮ ਹਾਲੇ ਹੈ ਨਹੀਂ ਸੀ, ਲੇਕਿਨ ਅਸੀਂ ਇਹ ਬੇਨਤੀ ਕਰਦੇ ਹਾਂ, ਜਾਂ ਸਾਡੇ ਜਿੰਨੇ ਵੀ ਸੰਸਥਾਵਾਂ ਆ ਗੌਰਮੈਂਟ ਆਫ ਇੰਡੀਆ ਨੂੰ ਰਿਕੁਐਸਟ ਕਰ ਰਹੇ ਆ ਕਿ ਇਹ ਕਾਲਮ ਜਿਹੜਾ ਜ਼ਰੂਰ ਹੋਣਾ ਚਾਹੀਦਾ। ਹਾਂਜੀ, ਇੱਕ ਕਾਲ ਆਈ ਹੈ, ਦੇਖੀਏ ਸਾਡੇ ਨਾਲ ਕੌਣ ਜੁੜੇ। ਜੈ ਗੁਰਦੇਵ ਜੀ। ਹੈਲੋ ਜੈ ਗੁਰਦੇਵ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ ਜੀ? ਹੈਲੋ, ਹਰੀਰਾਮ ਸੁੰਡ ਬੋਲਦਾ ਜੀ। ਹਾਂਜੀ, ਜੈ ਗੁਰਦੇਵ ਜੀ, ਤੁਹਾਡਾ ਸਵਾਗਤ ਹੈ ਜੀ ਟੀਵੀ ਤੇ। ਕੀ ਕਹਿਣਾ ਚਾਹੁੰਦੇ ਹੋ ਜੀ? ਹੈਲੋ ਦੁੱਗਲ ਸਾਹਿਬ ਜੀ, ਜੈ ਗੁਰਦੇਵ, ਜੈ ਸੰਤਾਂ ਦੀ। ਹਾਂਜੀ, ਜੈ ਗੁਰਦੇਵ, ਜੈ ਸੰਤਾਂ ਜੀ। ਤੁਹਾਡਾ ਟੈਲੀਵਿਜ਼ਨ ਦੀ ਆਵਾਜ਼ ਆ ਰਹੀ ਜੀ, ਮੇਰਾ ਖਿਆਲ ਪਿੱਛੇ ਥੋੜ੍ਹਾ ਜਿਹਾ ਉਹਨੂੰ ਸਲੋ ਕਰ ਲਓ। ਸਾਰੇ ਜਗਤ ਨੂੰ ਟੈਲੀਵਿਜ਼ਨ ਦੀ ਆਵਾਜ਼ ਬੰਦ ਕਰ ਦਿਓ, ਫਿਰ ਆਪਾਂ ਗੱਲ ਬਹੁਤ ਅੱਛੀ ਤਰ੍ਹਾਂ ਕਰ ਸਕਦੇ ਹਾਂ। ਹੈਲੋ ਦੁੱਗਲ ਸਾਹਿਬ ਜੀ। ਹਾਂਜੀ ਹਾਂਜੀ ਹਾਂਜੀ, ਹੁਣ ਠੀਕ ਹੈ ਜੀ। ਸਾਰੇ ਜਗਤ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਹਾਂਜੀ, ਤੇ ਪ੍ਰੋਗਰਾਮ ਬਹੁਤ ਸੋਹਣਾ ਆ। ਥੈਂਕ ਯੂ ਜੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਔਰ ਤੁਹਾਨੂੰ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ। ਸੋ ਅੱਗੇ ਵੱਧਦੇ ਹਾਂ ਜੀ।
ਜਿੱਦਾਂ ਕਿ ਕਾਲ ਆਏਗੀ ਫਿਰ ਆਪਾਂ ਗੱਲਬਾਤ ਕਰਾਂਗੇ। ਸੋ ਰਵਿਦਾਸੀਆ ਧਰਮ ਜੋ 2010 ਦੇ ਵਿੱਚ ਹੋਂਦ ਵਿੱਚ ਆਇਆ, ਔਰ ਜੋ ਇਸ ਦੀ ਗਿਣਤੀ ਜਿਸ ਤਰ੍ਹਾਂ 2011 ਦੇ ਵਿੱਚ, ਕਿਉਂਕਿ 1 ਸਾਲ ਤੋਂ ਬਾਅਦ ਜਦੋਂ ਸੈਂਸਸ ਆਇਆ ਸੀਗਾ, ਉੱਥੇ ਕੋਈ 8800 ਦੇ ਕਰੀਬ, ਫਿਗਰ ਐਗਜ਼ੈਕਟ ਨਹੀਂ ਹੈਗੀ, ਅਪਰੋਕਸੀਮੇਟਲੀ ਮੈਂ ਦੱਸ ਰਿਹਾ ਕਿ ਇੰਨੇ ਕੁ ਲੋਕਾਂ ਨੇ ਜਿਹੜੇ ਅਦਰਸ ਦੇ ਵਿੱਚ ਰਵਿਦਾਸੀਆ ਲੈ ਕੇ ਸ਼ੋਅ ਕੀਤਾ ਸੀਗਾ, ਤਾਂ ਉਹਨਾਂ ਦੀ ਗਿਣਤੀ ਅਬਾਊਟ 8800। ਸੋ ਉਹ 10 ਸਾਲ ਹੁਣ ਬੀਤੇ ਆ ਔਰ ਬਹੁਤ ਜਾਗਰੂਕਤਾ ਆਈ ਹੈ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅਗਰ ਅਸੀਂ ਰਵਿਦਾਸੀ ਹਾਂ ਤਾਂ ਅਸੀਂ ਕਿਸੇ ਹੋਰ ਨੂੰ ਜਾਂ ਕਿਸੇ ਹੋਰ ਨੂੰ ਅਸੀਂ ਬੁਰਾ ਨਹੀਂ ਸਮਝਦੇ। ਸਾਰੇ ਆਪਣੇ ਆਪ ਦੇ ਵਿੱਚ ਮਹਾਨ ਹੁੰਦੇ ਆ, ਲੇਕਿਨ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੀ ਗਿਣਤੀ ਆ ਸਾਨੂੰ ਪਤਾ ਲੱਗੇ, ਤਾਂ ਕਿ ਅਸੀਂ ਜਦੋਂ ਕੋਈ ਵੀ ਹੱਕ ਹਕੂਕ ਦੀ ਗੱਲ ਹੋਵੇ ਤਾਂ ਉਹਨਾਂ ਨੂੰ ਪਤਾ ਹੋਵੇ ਕਿ ਸਾਡੀ ਗਿਣਤੀ ਕਿੰਨੀ ਆ। ਸੋ ਇਹ ਸੈਂਸਸ ਦੇ ਵਿੱਚ ਇਹ ਹੋਣਾ ਬਹੁਤ ਜ਼ਰੂਰੀ ਆ। ਸੋ ਆਓ ਆਪਾਂ ਪ੍ਰੋਗਰਾਮ, ਜਿਸ ਤਰ੍ਹਾਂ ਹੁਣ ਸਾਡਾ ਕਿਸਾਨ ਅੰਦੋਲਨ ਚੱਲ ਰਿਹਾ ਆ, ਦੇਖੋ ਉਹਦੇ ਵਿੱਚ ਕਿਸਾਨ ਮਜ਼ਦੂਰ ਅੰਦੋਲਨ ਚੱਲ ਰਿਹਾ। ਸੌਰੀ ਮਾਈਕ। ਜੋ ਕਿਸਾਨ ਅੰਦੋਲਨ ਚੱਲ ਰਿਹਾ ਸਾਡਾ, ਉਹਦੇ ਵਿੱਚ ਕੋਈ ਪਾਰਟੀਕੂਲਰ ਕਾਸਟ ਨਹੀਂ ਹੈਗੀ, ਕੋਈ ਪਾਰਟੀਕੂਲਰ ਰਿਲੀਜਨ ਨਹੀਂ ਹੈਗਾ। ਉੱਥੇ ਫਾਰਮਰਸ ਆ ਔਰ ਮਜ਼ਦੂਰ ਆ ਔਰ ਹਰ ਵਰਗ ਦੇ ਲੋਕ ਨਾਲ ਜੁਟੇ ਹੋਏ ਆ, ਕਿਉਂਕਿ ਜੋ ਗਲਤ ਹੈ ਉਹ ਗਲਤ ਹੈ। ਔਰ ਜੋ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਗੌਰਮੈਂਟ ਐਡਮੈਂਟ ਆ, ਉਹ ਜਿਸ ਤਰ੍ਹਾਂ ਪਿਛਲੇ 6 ਸਾਲ ਤੋਂ ਜਾਂ 7 ਸਾਲ ਤੋਂ ਕਰਦੇ ਆ ਰਹੇ ਆ, ਉਹ ਉਸ ਤਰ੍ਹਾਂ ਹੀ ਕਰਨਾ ਚਾਹੁੰਦੇ ਆ। ਲੇਕਿਨ ਇਸ ਵਾਰੀ ਉਹਨਾਂ ਨੂੰ ਮੁਕਾਬਲਾ ਜਿਹੜਾ ਬਹੁਤ ਕੜਾ ਮਿਲ ਰਿਹਾ। ਔਰ ਠੰਡ ਦੇ ਵਿੱਚ ਜੋ ਸਾਡੇ ਵੀਰ, ਸਾਡੇ ਬਜ਼ੁਰਗ, ਬੱਚੇ, ਬੀਬੀਆਂ, ਭੈਣਾਂ, ਬਜ਼ੁਰਗ ਮਾਤਾਵਾਂ, ਜੋ ਕਿਸੇ ਇੱਕ ਧਰਮ ਜਾਂ ਜਾਤ ਨਹੀਂ ਹੈ, ਉੱਥੇ ਸਾਰੀ ਮਾਨਵਤਾ ਇਕੱਠੀ ਹੋਈ ਹੈ, ਉੱਥੇ ਮਨੁੱਖਤਾ ਇਕੱਠੀ ਹੋਈ ਹੈ। ਔਰ ਉਹ ਜੋ ਕਾਲੇ ਕਾਨੂੰਨ ਆ, ਉਹਨਾਂ ਦੇ ਅਗੇਂਸਟ ਡਟ ਕੇ ਮੁਕਾਬਲਾ ਕਰ ਰਿਹਾ। ਚਲੋ ਸਾਡੀ ਇੱਕ ਕਾਲ ਆਈ ਆ, ਦੇਖਦੇ ਹਾਂ ਕੌਣ ਆ। ਹੈਲੋ, ਜੈ ਗੁਰਦੇਵ ਜੀ। ਜੈ ਗੁਰਦੇਵ ਜੀ। ਹਾਂਜੀ, ਕੌਣ ਤੇ ਕਿੱਥੋਂ ਬੋਲ ਰਹੇ ਜੀ? ਸਾਡਾ ਨਾਮ ਸੀਗਾ ਸਨੀ ਦੁੱਗਲ, ਆਪਾਂ ਬਰਮਿੰਗਮ ਤੋਂ ਬੋਲਦੇ ਸੀ। ਹਾਂਜੀ ਸਨੀ ਦੁੱਗਲ ਜੀ, ਕੀ ਕਹਿਣਾ ਚਾਹੁੰਦੇ ਹੋ ਅੱਜ? ਮੈਂ ਤਾਂ ਸਾਰਿਆਂ ਨੂੰ, ਸਾਰੇ ਕੰਚੀ ਟੀਵੀ ਵਿਊਅਰਸ ਨੂੰ ਕਹਿਣਾ ਚਾਹੁੰਦਾ ਸੀ ਹੈਪੀ ਨਿਊ ਈਅਰ। ਓਕੇ। ਪਹਿਲਾ ਜਿਹੜਾ ਸਾਲ ਸੀਗਾ, ਹਾਂਜੀ, ਉਹ ਬਹੁਤ ਤਕਲੀਫ ਦਿਲਾਇਆ ਸੀ ਸਾਨੂੰ, ਤੇ ਮੈਂ ਕਹਿਣਾ ਚਾਹੁੰਦਾ ਸੀ ਕਿ ਆਈ ਹੋਪ ਦੈਟ ਦਿਸ ਈਅਰ ਵਿਲ ਬੀ ਵੇ ਬੈਟਰ। ਥੈਂਕ ਯੂ, ਸੋ ਨਾਈਸ ਆਫ ਯੂ। ਤੁਹਾਡਾ ਮੈਸੇਜ ਪੂਰੇ ਸੰਸਾਰ ਦੇ ਵਿੱਚ ਚਲ ਗਿਆ। ਸਨੀ ਦੁੱਗਲ ਜੀ ਬਰਮਿੰਗਮ ਤੋਂ ਹੀ ਬੋਲ ਰਹੇ ਆ, ਔਰ ਉਹਨਾਂ ਨੇ ਕਿਹਾ ਕਿ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ, ਔਰ ਇਹ ਵੀ ਕਿਹਾ ਕਿ ਜੋ 2020 ਸੀਗਾ ਉਹ ਸਾਡੇ ਵਾਸਤੇ ਠੀਕ ਨਹੀਂ ਸੀ। ਕੋਵਿਡ-19 ਜਿਹਨੇ ਬਹੁਤ ਤਬਾਹੀ ਮਚਾਈ ਆ। ਇਸ ਵੇਲੇ ਵੀ ਸਥਿਤੀ ਜਿਹੜੀ ਆ, ਹਾਲਾਤ ਠੀਕ ਨਹੀਂ ਆ। ਅਸੀਂ ਫਿਰ ਇੱਕ ਵਾਰ ਸਾਰਿਆਂ ਨੂੰ ਰਿਕੁਐਸਟ, ਬੇਨਤੀ ਕਰਦੇ ਹਾਂ ਕਿ ਹੈਲਥ ਆਰਗੇਨਾਈਜੇਸ਼ਨ ਜੋ NHS ਆ ਜਾਂ ਕੋਈ ਵੀ ਡਿਪਾਰਟਮੈਂਟ, ਹੈਲਥ ਡਿਪਾਰਟਮੈਂਟ ਆ, ਉਹਨਾਂ ਦੀਆਂ ਜੋ ਇੰਸਟਰਕਸ਼ਨਸ ਆ ਉਹਨਾਂ ਨੂੰ ਫੋਲੋ ਕਰੋ। ਘਰ ਰਹੋ, ਸੇਫ ਰਹੋ, ਔਰ ਸਾਬਣ, ਸੈਨੀਟਾਈਜ਼, ਮਾਸਕ ਅਗਰ ਕਿਤੇ ਬਾਹਰ ਜਾਂਦੇ ਤਾਂ ਜ਼ਰੂਰ ਲਾਓ। ਅਤੇ ਇੰਨਾ ਹੀ। ਇਸ ਤੋਂ ਬਾਅਦ ਅੱਗੇ ਵੱਧਦੇ ਹੋਏ ਅਸੀਂ ਚੱਲਦੇ ਹਾਂ, ਜਿਸ ਤਰ੍ਹਾਂ ਕਿਸਾਨਾਂ ਦੇ ਅੰਦੋਲਨ ਦੀ ਗੱਲ ਕਰ ਰਹੇ ਸੀਗੇ ਕਿ ਉੱਥੇ ਇਕਜੁੱਟਤਾ, ਮਾਨਵਤਾ ਖੜੀ ਹੈ। ਉੱਥੇ ਕੋਈ ਇਹ ਨਹੀਂ ਕਹਿ ਸਕਦਾ ਕਿ ਆਹ ਰਿਲੀਜਨ ਖੜਾ ਜਾਂ ਆਹ ਜਾਤ ਖੜੀ ਹੈ ਜਾਂ ਆਹ ਵਰਗ ਜਾਂ ਆਹ ਵਰਗ ਨਹੀਂ ਹੈਗਾ। ਉੱਥੇ ਕਈ ਇਸ ਤਰ੍ਹਾਂ ਦੇ ਹਿੰਦੂ ਲੋਕ ਪਰਿਵਾਰ ਆ, ਉਹ ਆ ਕੇ ਸਾਥ ਦੇ ਰਹੇ ਆ, ਕਹਿੰਦੇ ਕਿ ਨਹੀਂ, ਇਹ ਤੁਸੀਂ ਬਿਲਕੁਲ ਠੀਕ ਆ, ਅਸੀਂ ਤੁਹਾਡੇ ਨਾਲ ਹਾਂ। ਔਰ ਆਪਣੇ ਇੱਕ ਪਰਿਵਾਰ ਸੀ, ਉਹਦੇ ਬੱਚੇ ਸ਼ਿਮਲਾ ਜਾਣਾ ਚਾਹੁੰਦੇ ਸੀਗੇ, ਔਰ ਉਸਦੇ ਫਾਦਰ ਨੇ ਕਿਹਾ ਕਿ ਤੁਸੀਂ ਇੱਕ ਵਾਰੀ ਵਿੱਚ ਦੀ ਲੰਘ ਜਾਈਏ ਅਤੇ ਜਿੱਥੇ ਤੁਸੀਂ ਕਹੋਗੇ ਅਸੀਂ ਉੱਥੇ ਚੱਲ ਜਾਵਾਂਗੇ। ਜਦੋਂ ਉਹਨਾਂ ਦੇ ਬੱਚਿਆਂ ਨੇ, ਇਹ ਵਾਸ 19 ਔਰ 20 ਈਅਰਸ ਓਲਡ, ਦੋਨੇ ਬੱਚੇ, ਜਦੋਂ ਉਹਨਾਂ ਨੇ ਉੱਥੇ ਦੇ ਹਾਲਾਤ ਦੇਖੇ, ਕਹਿੰਦੇ ਡੈਡੀ ਫੋਰਗੇਟ ਅਬਾਊਟ ਸ਼ਿਮਲਾ, ਦਿਸ ਇਜ਼ ਦਾ ਪਲੇਸ ਟੂ ਵਰਕ ਵਿਦ। ਇੱਥੇ ਇਹਨਾਂ ਦੇ ਨਾਲ ਅਸੀਂ ਸਹਿਯੋਗ ਕਰਾਂਗੇ, ਔਰ ਕਿੰਨੀ ਵੱਡੀ ਗੱਲ ਆਪਣੇ ਆਪ ਦੇ ਵਿੱਚ ਇਹ। ਸੋ ਅਸੀਂ ਉਮੀਦ ਕਰਦੇ ਹਾਂ, ਔਰ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਵੀ ਕਰਦੇ ਹਾਂ ਕਿ ਇਹ ਜੋ ਅੰਦੋਲਨ ਹੈ ਇਹ ਸਫਲ ਹੋਵੇ। ਸੋ ਅੱਗੇ ਵੱਧਦੇ ਹੋਏ ਅੱਜ ਇੱਕ ਜੋ ਅੱਜ ਜਿਹੜਾ ਦਿਨ ਆ, ਆਪਾਂ ਪਹਿਲਾਂ ਕੋਰੇਗਾਂਵ, ਜਿਹੜਾ ਭੀਮਾ ਕੋਰੇਗਾਂਵ, ਉਹਦੀ ਗੱਲ ਕਰ ਲੈਂਦੇ ਹਾਂ, ਕਿਉਂਕਿ ਪਹਿਲੀ ਕੋਰੇਗਾਂਵ ਬੈਟਲ ਜਿਹੜਾ ਆ
ਉਹ 1 ਜਨਵਰੀ 1818 ਨੂੰ ਹੋਇਆ। ਪਹਿਲਾਂ ਕਾਲ ਲੈ ਲਈ, ਉਸ ਤੋਂ ਬਾਅਦ ਸ਼ੁਰੂ ਗੱਲ ਕਰਦੇ ਹਾਂ। ਹੈਲੋ, ਜੈ ਗੁਰਦੇਵ ਜੀ। ਹਾਂ, ਜੈ ਗੁਰਦੇਵ ਜੀ। ਦੁੱਗਲ ਸਾਹਿਬ, ਮੈਂ ਹਰਬੰਸ ਲਾਲ ਬੋਲ ਰਿਹਾ 100 ਸਾਲ ਤੋਂ। ਹਾਂਜੀ ਹਰਬੰਸ ਲਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਫਿਰ ਆਏ ਤੁਸੀਂ। ਹਾਂ, ਉਹ ਕੱਲ ਟੈਲੀਫੋਨ ਬੰਦ ਹੋ ਗਿਆ ਸੀ ਕਿਸੇ ਵਜ੍ਹਾ ਨਾਲ। ਅੱਛਾ। ਤੇ ਹੁਣ ਤੁਸੀਂ ਦੂਸਰੇ ਰਾਉਂਡ ਦੇ ਵਿੱਚ ਕੋਰੇਗਾਮ ਭੀਮ ਕੋਰੇਗਾਮ ਦੀ ਗੱਲ ਕਰਨੀ ਹੈ ਤੇ ਮਾਤਾ ਸਿਤਰੀ ਦੀ ਗੱਲ ਕੀਤੀ। ਇਹ ਪ੍ਰੋਗਰਾਮ ਦੇਖੋ, ਜਿਹੜਾ ਕੋਰੇਗਾਮ ਸੀ ਉੱਥੇ ਜੋ ਹੋਇਆ, ਜੋ ਬੰਦੇ ਮਰੇ, ਜ਼ਖਮੀ ਹੋਏ, ਬਹੁਤ ਮੰਦਭਾਗੀ ਘਟਨਾ ਸੀ। ਔਰ ਅੱਜ ਕੱਲ੍ਹ ਡੈਮੋਕ੍ਰੇਸੀ ਦੇ ਵਿੱਚ ਇਹ ਹੋਣਾ ਇੱਕ ਬਹੁਤ ਹੀ ਦੁਖਦਾਈ ਗੱਲ ਹੈ, ਕਿਉਂਕਿ ਹਰ ਇੱਕ ਨੂੰ ਹਾਂਜੀ, ਮੈਂ ਐਕਚੁਅਲੀ ਇਤਿਹਾਸ ਦੱਸਣਾ ਚਾਹੁੰਦਾ ਕਿ 1818 ਦੇ ਵਿੱਚ ਐਕਚੁਅਲੀ ਹੋਇਆ ਕੀ ਸੀਗਾ, ਕੀ ਪ੍ਰੋਬਲਮ ਹੋਈ ਸੀ ਉੱਥੇ। ਹਾਂ, ਮੈਂ ਉਹੀ ਬਿਆਨ ਕਰ ਰਿਹਾ ਮੈਂ, ਕਿਉਂਕਿ ਫਿਰ ਟਾਈਮ ਜ਼ਿਆਦਾ ਹੋ ਜਾਣਾ, ਥੋੜਾ ਸ਼ਾਰਟ ਰੱਖਿਓ। ਹਾਂ, ਬੇਨਤੀ ਹੈ। ਉਹ ਦੇਖੋ, ਅੱਜ ਕੱਲ੍ਹ ਡੈਮੋਕ੍ਰੇਸੀ 'ਚ ਅਗਰ ਕਿਸੇ ਨੂੰ ਇਕੱਠੇ ਹੋਣ ਦਾ ਹੱਕ ਨਹੀਂ ਹੈ ਔਰ ਆਪਣੀ ਸ਼ਰਧਾ ਵਿਅਕਤ ਕਰਨ ਦਾ ਹੱਕ ਨਹੀਂ ਹੈ, ਤੇ ਉਹ ਡੈਮੋਕ੍ਰੇਸੀ ਕਾਹਦੀ ਹੈ? ਦਿਸ ਇਜ਼ ਵਾਟ ਡੈਮੋਕ੍ਰੇਸੀ ਇਜ਼। ਹਾਂ, ਦੂਜੀ ਗੱਲ ਇਹ ਹੈ ਕਿ ਮਾਤਾ ਦੇਵੀ ਸਿਤਰੀ ਦੇਵੀ ਦੀ ਜਿਹੜਾ ਤੁਸੀਂ ਗੱਲ ਕਰਨੀ ਹੈ, ਹਾਂਜੀ, ਮੈਂ ਇੱਕ ਕਿਤਾਬ ਹੈਗੀ ਆ, ਲਾਇਬ੍ਰੇਰੀ 'ਚ ਮਿਲ ਜਾਂਦੀ ਆ, ਮੇਕਰ ਆਫ ਆਈਦਰ ਇੰਡੀਆ ਔਰ ਮਾਡਰਨ ਇੰਡੀਆ, ਇਹਦਾ ਉਹਦਾ ਟਾਈਟਲ ਹੈ। ਔਰ ਉਹ ਜਿਹੜਾ ਰਾਈਟਰ ਹੈ ਉਹਦਾ ਨਾਮ ਹੈ ਰਾਮਚੰਦਰ ਗੁਹਾ, ਪੋਲੀਟੀਕਲ ਹਿਸਟੋਰੀਅਨ ਹੈ ਉਹ। ਹਾਂਜੀ, ਤੇ ਬਹੁਤ ਅੱਛਾ ਰਾਈਟਰ ਹੈ, ਇਹ ਪੜ੍ਹਨੀ ਵਾਲੀ ਹੈ। ਉਹਦੇ ਵਿੱਚ ਇਹ ਮਾਤਾ ਦੇਵੀ ਸਿਤਰੀ ਜਿਹੜੀ ਉਹਨਾਂ ਨੇ ਐਜੂਕੇਸ਼ਨ ਦਾ ਸਿਸਟਮ ਸ਼ੁਰੂ ਕੀਤਾ ਸੀ, ਉਹਦਾ ਬੜਾ ਕਾਫੀ ਵੱਡਾ ਸਾਰਾ ਚੈਪਟਰ ਉਹਨੇ ਦਰਜ ਕੀਤਾ ਹੋਇਆ ਹੈ। ਔਰ ਡਾਕਟਰ ਅੰਬੇਦਕਰ ਦੇ ਤੇ ਵੀ 2 ਚੈਪਟਰ ਉਹਨੇ ਲਿਖੇ ਹੋਏ ਹੈ। ਠੀਕ ਹੈ ਜੀ। ਦੇਖੋ, ਮਾਤਾ ਜੀ ਨੇ ਕੁੜੀਆਂ ਦੀ ਐਜੂਕੇਸ਼ਨ ਸ਼ੁਰੂ ਕੀਤੀ ਸੀ। ਹਾਂਜੀ, ਔਰ ਇੱਕ ਬਹੁਤ ਵੱਡਾ ਜਿਹਨੂੰ ਕਹਿੰਦੇ ਨਾ ਸ਼ਲਾਘਾਯੋਗ ਕਦਮ ਸੀਗਾ, ਕਿਉਂਕਿ ਜੇ ਸਾਡੀ ਲੜਕੀਆਂ ਨਹੀਂ ਪੜ੍ਹੀਆਂ ਹੋਣਗੀਆਂ ਤਾਂ ਸਾਡੇ ਜਿਹੜੇ ਫੈਮਲੀਆਂ ਆ ਉਹ ਤਰੱਕੀ ਨਹੀਂ ਕਰ ਸਕਣਗੀਆਂ, ਕਿਉਂਕਿ ਜੋ ਫੈਮਲੀ ਦਾ ਸਿਸਟਮ ਹੈ ਉਹ ਲੜਕੀਆਂ ਤੋਂ ਚੱਲਦਾ ਹੈ। ਤੇ ਉਹਨਾਂ ਨੇ ਇੱਕ ਪੱਤ ਪਾ ਕੇ ਬਹੁਤ ਅੱਛਾ ਸਾਡੇ ਸਾਨ ਕੀਤਾ। ਜੇ ਅੱਜ ਦੇ ਯੁੱਗ ਦੇ ਵਿੱਚ ਅਸੀਂ ਆਪਣੀਆਂ ਲੜਕੀਆਂ ਨੂੰ ਨਹੀਂ ਪੜ੍ਹਾਉਂਦੇ ਔਰ ਉੱਚੀ ਵਿਦਿਆ ਨਹੀਂ ਦਿੰਦੇ ਤਾਂ ਅਸੀਂ ਤਰੱਕੀ ਨਹੀਂ ਕਰ ਸਕਦੇ। ਹਾਂਜੀ, ਬਿਲਕੁਲ ਸਹੀ ਗੱਲ। ਔਰ ਉਹਦੇ ਵਾਸਤੇ ਸਾਨੂੰ ਇਹ ਚੀਜ਼ ਜਿਹੜੀ ਆ ਬਹੁਤ ਜ਼ਰੂਰੀ ਆ। ਮੈਂ ਇੱਕ ਛੋਟੀ ਜਿਹੀ ਗੱਲ ਦੱਸਣੀ ਚਾਹੁੰਦਾ ਕਿ ਇਹ 1959 ਦੀ ਗੱਲ ਹੈ। ਮੈਂ BA ਉਸ ਵੇਲੇ ਪਾਸ ਕੀਤੀ ਸੀ ਤੇ ਮੇਰਾ ਕੋਈ ਹਾਦਸਾ ਹੋ ਗਿਆ ਸੀ, ਜਿਸ ਕਰਕੇ ਮੇਰੇ ਚਾਚਾ ਜੀ ਉਹਦੇ ਬਲਾਕ ਡਿਵੈਲਪਮੈਂਟ ਆਫਿਸਰ ਸੀ, ਉਹ ਮੈਨੂੰ ਮਿਲਣ ਵਾਸਤੇ ਵੀ ਮੈਂ ਡ੍ਰੌਪ ਕਰ ਗਿਆ ਸੀ, ਉਹ ਕਹਿੰਦੇ ਨਾ ਕਰ। ਤਾਂ ਮੈਂ ਉਹਨਾਂ ਨੂੰ ਇੱਕ ਸਵਾਲ ਕੀਤਾ ਸੀ ਕਿ ਤੁਸੀਂ ਆਪਣੀ ਲੜਕੀ ਨੂੰ ਕੀ ਕਰ ਰਹੇ ਹੋ? ਉਹ ਕਹਿੰਦੇ ਅਸੀਂ FA ਕਰਾ ਕੇ ਇਹਨੂੰ ਵੀ ਸ਼ਾਦੀ ਕਰ ਦੇਣੀ ਹੈ। ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਅੰਗਰੇਜ਼ਾਂ ਦੇ ਜ਼ਮਾਨੇ ਦੇ ਗ੍ਰੈਜੂਏਟ ਹੋ, ਆਫਿਸਰ ਹੋ, ਤਾਂ ਤੁਸੀਂ ਆਪਣੀ ਲੜਕੀ ਨੂੰ FA ਕਿਉਂ ਕਰਾਉਣਾ, BA ਕਿਉਂ ਨਹੀਂ ਕਰਾਉਂਦੇ? ਘੱਟੋ ਘੱਟ BA ਤਾਂ ਕਰਾਓ ਨਾ ਜੇ ਤੁਸੀਂ BA ਹੋ। ਉਹ ਕਹਿੰਦੇ ਠੀਕ ਹੈ। ਮੈਂ ਇਹ ਦੱਸਣਾ ਚਾਹੁੰਦਾ ਕਿ ਮੇਰੀਆਂ 7 ਭੈਣਾਂ ਸੀ, ਉਸ ਐਸੀ ਪੱਤ ਚੱਲੀ ਕਿ ਸੱਤੇ ਦੀ ਸਤੀਆਂ ਉਚੇਰੀ ਵਿਦਿਆ ਤੇ ਪ੍ਰਾਪਤ ਕੀਤੀ ਉਹਨਾਂ ਨੇ। ਥੋੜਾ ਜਿਹਾ ਸ਼ਾਰਟ ਕਰ ਲਈ ਆਪਾਂ। ਹਾਂ, ਉਹੀ ਸ਼ਾਰਟ ਹੀ ਕਰ ਰਹੇ ਹਾਂ। ਤੇ ਉਹਦਾ ਉਹਨਾਂ ਨੂੰ ਬਹੁਤ ਫਾਇਦਾ ਪਹੁੰਚਿਆ। ਉਹਨਾਂ ਦੀਆਂ ਸ਼ਾਦੀਆਂ ਬੜੇ ਅੱਛੇ ਘਰਾਂ ਚ ਹੋਈਆਂ, ਅਫਸਰਾਂ ਨਾਲ ਹੋਈਆਂ, ਔਰ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਖੁਸ਼ਹਾਲੀ ਮਿਲੀ। ਇਹ ਮੈਂ ਕਹਿਣਾ ਚਾਹੁੰਦਾ ਕਿ ਜਿਹੜੀ ਮਾਤਾ ਨੇ ਜੋ ਪੱਤ ਸ਼ੁਰੂ ਕੀਤੀ ਸੀ ਉਹਨੂੰ ਸਾਨੂੰ ਅੱਗੇ ਲੈ ਕੇ ਜਾਣਾ ਚਾਹੀਦਾ ਹੈ, ਔਰ ਉਹਦਾ ਫਾਇਦਾ ਸਾਨੂੰ ਹੋਏਗਾ। ਹਾਂਜੀ, ਧੰਨਵਾਦ। ਥੈਂਕ ਯੂ ਜੀ। ਇੱਕ ਵਾਰੀ ਫਿਰ ਸਾਡੇ ਨਾਲ ਜੁੜੇ ਸੀਗੇ ਔਰ ਬਹੁਤ ਅੱਛੀਆਂ ਗੱਲਾਂ ਕਰ ਗਏ। ਚਲੋ ਅੱਗੇ ਵੱਧਦੇ ਆਪਾਂ। 1 ਜਨਵਰੀ 1818। ਮੈਂ ਥੋੜ੍ਹਾ ਜਿਹਾ ਉਸ ਤੋਂ ਪਹਿਲੇ ਜਾਣਾ ਚਾਹੁੰਦਾ, ਜਦੋਂ ਮਰਾਠਾ ਚੀਫ ਸ਼ਿਵਾਜੀ, ਛਤਰਪਤੀ ਸ਼ਿਵਾਜੀ ਜਦੋਂ ਮਰਾਠਿਆਂ ਦੇ ਚੀਫ ਸੀਗੇ। ਹੈਲੋ, ਜੈ ਗੁਰਦੇਵ ਜੀ। ਸਾਡੇ ਤੇ ਕੌਣ ਹੈ ਜੀ ਲਾਈਨ ਤੇ ਜੁੜਿਆ ਇਸ ਵੇਲੇ? ਹੈਲੋ, ਓਕੇ। ਸੋ ਉਹ ਜਦੋਂ ਸ਼ਿਵਾਜੀ ਚੀਫ ਸੀਗੇ, ਬੜੀਆਂ ਲੜਾਈਆਂ ਉਹਨਾਂ ਨੇ 17th ਸੈਂਚੁਰੀ ਦੇ ਵਿੱਚ ਲੜੀਆਂ। 1630 ਲਗਭਗ। ਅਸੀਂ ਇਸ ਪਹਿਲੂ ਦੇ ਵਿੱਚ ਜ਼ਿਆਦਾ ਨਹੀਂ ਜਾਣਾ। ਮੈਂ ਸਿਰਫ ਇਹਨਾਂ ਦੱਸਣਾ ਚਾਹੁੰਦਾ ਕਿ ਮਹਾਰ ਜੋ ਪੂਨੇ ਦੇ ਜਾਂ ਮਹਾਰਾਸ਼ਟਰ ਦੇ, ਉਹਨਾਂ ਦਾ ਸਤਿਕਾਰ ਬਹੁਤ ਜ਼ਿਆਦਾ ਸੀ ਜਦੋਂ ਸ਼ਿਵਾਜੀ, ਛਤਰਪਤੀ ਸ਼ਿਵਾਜੀ ਚੀਫ ਸੀਗੇ ਮਰਾਠਾ ਦੇ। ਲੇਕਿਨ ਉਹਨਾਂ ਤੋਂ ਬਾਅਦ ਜੋ ਹਾਲਾਤ ਬਹੁਤ ਖਰਾਬ ਹੋ ਗਏ। ਮਹਾਰ ਮਤਲਬ ਜੋ ਬਾਬਾ ਸਾਹਿਬ ਅੰਬੇਡਕਰ ਦੇ ਕਾਸਟ ਆ, ਜਿਹੜੀ ਸਾਡੀ ਕਾਸਟ, ਸਾਰੇ
ਅਸੀਂ ਸ਼ੂਦਰ ਹੀ ਸਾਰੇ ਕਹਿ ਲਓ ਤੁਸੀਂ ਕਿ ਉਹਨਾਂ ਨੂੰ ਜਿਹੜੇ ਗਾਹਾਂ ਪੇਸ਼ਵਾ ਆਏ, ਬਾਜੀਰਾਓ ਟੂ ਆ ਗਿਆ ਜਾਂ ਹੋਰ ਜਿਹੜੇ ਸੀਗੇ, ਉਹਨਾਂ ਨੇ ਪੇਸ਼ਵਾਵਾਂ ਮਹਾਰ ਜਾਤੀ ਨੂੰ ਵਿੱਚੋਂ ਕੱਢ ਕੇ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਤੋਂ ਬਾਹਰ ਕੱਢ ਕੇ ਛੱਡ ਦਿੱਤਾ ਔਰ ਉਹਨਾਂ ਦੇ ਪਿੱਛੇ ਝਾੜੂ ਬੰਨ੍ਹ ਦਿੱਤੇ ਔਰ ਤਰ੍ਹਾਂ ਤਰ੍ਹਾਂ ਦੇ ਤਸੀਹੇ ਉਹਨਾਂ ਨੇ ਉਹਨਾਂ ਨੂੰ ਦਿੱਤੇ। ਔਰ ਜਿਸ ਤਰ੍ਹਾਂ ਸਾਨੂੰ ਯਾਦ ਆ ਕਿ ਇੰਡੀਅਨ ਬ੍ਰਿਟਿਸ਼ ਤੋਂ ਜਿਹੜੇ ਲੋਕ ਆਏ ਸੀ, ਉਹ ਇੰਡੀਅਨ ਈਸਟ ਇੰਡੀਆ ਕੰਪਨੀ ਜਿਹੜੀ 1600 ਦੇ ਵਿੱਚ ਸਥਾਪਿਤ ਹੋਈ ਸੀ, ਉਹ ਵਪਾਰ ਕਰਨ ਆਈ ਸੀ। ਹੌਲੀ 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 ਉਹਨਾਂ ਨੇ ਆਪਣਾ ਰਾਜ ਸਥਾਪਿਤ ਕੀਤਾ। ਔਰ ਜਦੋਂ ਉਹ ਮਰਾਠਿਆਂ ਦੇ ਨਾਲ ਲੜਨਾ ਚਾਹੁੰਦੇ ਸੀਗੇ, ਪੇਸ਼ਵਾਵਾਂ 28,000 ਫੌਜ ਸੀਗੀ, ਅਤੇ ਉਹਨਾਂ ਨੂੰ ਪਤਾ ਲੱਗਾ ਕਿ ਕੁਛ ਮਹਾਰ ਜਿਹੜੇ ਆ ਉਹਨਾਂ ਨੂੰ ਇਹਨਾਂ ਨੇ ਬਹੁਤ ਤੰਗ ਕੀਤਾ ਆ, ਬ੍ਰਾਹਮਣ ਜਿਹੜੇ ਆ, ਔਰ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਤੋਂ, ਹਾਸ਼ੀਏ ਤੋਂ ਵੀ ਬਾਹਰ ਸੁੱਟਿਆ ਹੋਇਆ। ਅਤੇ ਉਹ ਬਹਾਦਰ ਲੋਕ ਆ, ਨੋਮੈਡਿਕ ਔਰ ਬਹੁਤ ਅੱਛੇ ਲੋਕ ਆ ਉਹ। ਔਰ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਆਪਣੀ ਆਰਮੀ ਦੇ ਵਿੱਚ ਉਹਨਾਂ ਜੋ ਮਹਾਰ ਲੋਕ ਸੀਗੇ ਉਹਨਾਂ ਨੂੰ ਜਗ੍ਹਾ ਦਿੱਤੀ। ਲਗਭਗ 500 ਜਣੇ ਸੀਗੇ ਉਹ, ਔਰ ਉਹਨਾਂ ਨੇ ਬ੍ਰਿਟਿਸ਼ ਆਰਮੀ ਦੇ ਨਾਲ ਮਿਲ ਕੇ ਉਹ ਲੜਾਈ ਲੜੀ। ਇਹ ਜਿਹੜੀ ਐਂਗਲੋ ਮਰਾਠਾ ਵਾਰ ਦੀ ਤੀਜੀ ਲੜਾਈ ਸੀ। ਇਹ ਪਹਿਲਾਂ 2 ਲੜਾਈਆਂ ਹੋ ਚੁੱਕੀਆਂ ਸੀਗੀਆਂ, ਔਰ ਇਹ ਲੜਾਈ ਜਿਹੜੀ ਆ 31 ਦਸੰਬਰ ਜੋ 1817 ਅਤੇ ਦੂਜਾ ਦਿਨ 1818 ਹੋ ਗਿਆ, 1 ਜਨਵਰੀ ਨੂੰ ਕੰਪਲੀਟ ਹੋ ਗਈ। ਔਰ ਈਸਟ ਇੰਡੀਆ ਕੰਪਨੀ ਮਹਾਰ ਜਿਹੜੇ ਸੀ ਉਹ ਜਿੱਤ ਗਏ ਸੀਗੇ। ਔਰ ਇਸ ਤੋਂ ਬਾਅਦ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਕਿਹਾ ਕਿ ਤੁਸੀਂ ਬਹੁਤ ਬਹਾਦਰ ਹੋ ਔਰ ਤੁਹਾਨੂੰ ਅਸੀਂ ਇਹ ਪਰਮਿਸ਼ਨ ਦਿੰਦੇ ਹਾਂ ਕਿ ਜੋ ਵੀ ਆਰਮੀ ਦੇ ਵਿੱਚ ਆਉਣਾ ਚਾਹੁੰਦਾ ਆ ਉਹ ਆ ਸਕਦਾ ਆ। ਔਰ ਇਹੀ ਰੀਜ਼ਨ ਆ ਕਿ ਬਾਬਾ ਸਾਹਿਬ ਅੰਬੇਡਕਰ ਜੀ ਦੇ ਸਤਿਕਾਰਯੋਗ ਪਿਤਾ ਜੀ ਰਾਮ ਜੀ ਸੁਖਪਾਲ ਜੀ, ਉਹ ਹਾਂਜੀ ਬ੍ਰਿਟਿਸ਼ ਆਰਮੀ ਦੇ ਵਿੱਚ ਇਸ ਕਰਕੇ ਉਹ ਆਏ ਸੀ। ਆ ਦੇਖੋ ਫੋਟੋ ਦੇ ਵਿੱਚ ਇਹ ਸਾਡੇ ਕੋਰਾਗਾਉਂ ਜਿਹੜਾ ਪੂਨੇ ਤੋਂ ਕੋਈ 20 ਕਿਲੋਮੀਟਰ ਦੂਰ ਆ, ਔਰ ਇਹ ਡਿਸਟ੍ਰਿਕਟ ਪੂਨਾ ਦੇ ਵਿੱਚ ਪੈਂਦਾ ਹੈ ਜੀ। ਔਰ ਇੱਥੇ ਇਹ ਜਿਹੜਾ 1 ਜਨਵਰੀ 1818 ਨੂੰ ਯੁੱਧ ਹੋਇਆ ਸੀ, ਔਰ ਅਸੀਂ ਇਹ ਯੁੱਧ ਜਿਹੜਾ ਉਹ ਜਿੱਤਿਆ ਸੀ। ਔਰ ਬ੍ਰਾਹਮਣਾਂ ਨੂੰ ਜਿਹੜੇ ਕਿ 28,000 ਦੀ ਗਿਣਤੀ ਵਿੱਚ ਸੀ, ਉਹਨਾਂ ਨੂੰ ਮੂੰਹ ਦੀ ਖਾਣੀ ਪਈ। ਔਰ ਜੋ ਉਹਨਾਂ ਤੋਂ ਬਾਅਦ ਜਿਹੜੀ ਸਹੂਲਤ ਮਿਲੀ ਹੈ ਕਿ ਆਰਮੀ ਦੇ ਵਿੱਚ ਕੋਈ ਵੀ ਭਰਤੀ ਹੋ ਸਕਦੇ ਆ। ਸੋ ਇਸ ਤਰ੍ਹਾਂ ਦਾ ਇਤਿਹਾਸ ਜਦੋਂ ਚੱਲਦਾ ਰਿਹਾ। ਜੋ ਬਾਬਾ ਸਾਹਿਬ ਅੰਬੇਡਕਰ ਆਏ, ਉਹ 1927 ਦੇ ਵਿੱਚ ਬਾਬਾ ਸਾਹਿਬ ਅੰਬੇਡਕਰ ਉੱਥੇ ਗਏ ਆ, ਔਰ ਉਹਨਾਂ ਨੇ 1 ਜਨਵਰੀ 1927 ਨੂੰ ਗਏ ਆ, ਔਰ ਉੱਥੇ ਉਹਨਾਂ ਨੇ ਇੱਕ ਬਹੁਤ ਵੱਡਾ ਜਿਹੜਾ ਪ੍ਰੈਸਟੀਜ ਵਾਲਾ ਪਿੱਲਰ ਜਿਹੜਾ ਆ ਉਹ ਉੱਥੇ ਬਣਵਾਇਆ। ਔਰ ਇਸ ਦੀ ਜਿਹੜੀ ਖਾਸੀਅਤ ਜਿਹੜੀ ਆ ਉਹ ਇਹ ਆ ਕਿ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ 1818, 1918 ਔਰ 2018 200 ਸਾਲ ਹੋ ਗਿਆ। 200 ਸਾਲ ਜਦੋਂ ਹੋਏ, 200 ਸਾਲ ਜਦੋਂ ਬਾਬਾ ਸਾਹਿਬ ਅੰਬੇਡਕਰ ਫਸਟ ਟਾਈਮ ਉੱਥੇ ਗਏ ਆ, ਉਸ ਤੋਂ ਬਾਅਦ ਉੱਥੇ ਜਿਹੜੇ ਲੋਕ ਆਪਣੇ ਬਹੁਤ ਜਾਣੇ ਸ਼ੁਰੂ ਹੋ ਗਏ। ਔਰ 1 ਜਨਵਰੀ ਨੂੰ ਉਹ ਉੱਥੇ ਜਾਂਦੇ ਸੀਗੇ, ਔਰ ਜੋ ਸਾਡੇ ਸ਼ਹੀਦ ਵੀ ਹੋਏ ਸੀਗੇ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਆ, ਔਰ ਇੱਕ ਵਿਕਟਰੀ ਦਾ ਪ੍ਰੈਸਟੀਜ ਜਿਹੜੇ ਨਿਸ਼ਾਨ ਆ ਉਹਨੂੰ ਸਲਾਮ ਕਰਦੇ, ਸਲੂਟ ਕਰਦੇ ਜਾ ਕੇ। ਔਰ ਇਹਦੀ ਹਰ ਸਾਲ ਜਿਹੜੀ ਆ ਨਾ ਉਹ ਗਿਣਤੀ ਵੱਧਦੀ ਰਹਿੰਦੀ ਸੀਗੀ। ਔਰ 200 ਸਾਲ ਜਦੋਂ ਸੀਗਾ ਉੱਥੇ ਲਗਭਗ 3 ਲੱਖ ਤੋਂ ਵੀ ਜ਼ਿਆਦਾ ਲੋਕ ਉੱਥੇ ਪਹੁੰਚੇ ਸੀ, ਮੇ ਬੀ ਮੋਰ ਦੈਨ ਦੈਟ। ਪਰ ਉੱਥੋਂ ਦੇ ਜਿਹੜੇ ਸੋ ਕਾਲਡ ਸਵਰਨ ਤਾਂ ਨਹੀਂ ਕਹਿਣਾ ਚਾਹੀਦਾ, ਕਿਉਂਕਿ ਅਗਰ ਅਸੀਂ ਇੰਗਲਿਸ਼ ਦੇ ਵਿੱਚ ਕਹਿੰਦੇ ਹੈਗੇ ਆ ਜਨਰਲ ਕੈਟਾਗਰੀ, ਅਤੇ ਫਿਰ ਹਿੰਦੀ ਵਿੱਚ ਸਵਰਨ ਕਿਉਂ ਕਹਿੰਦੇ, ਮੈਨੂੰ ਇਹ ਅੱਜ ਤੱਕ ਸਮਝ ਨਹੀਂ ਲੱਗੀ। ਹਿੰਦੀ ਦੇ ਵਿੱਚ ਇਹਦਾ ਮਤਲਬ ਹੈਗਾ ਸਮਾਨਿਆ। ਇੰਗਲਿਸ਼ ਵਿੱਚ ਅਗਰ ਜਨਰਲ ਹੈ ਤਾਂ ਹਿੰਦੀ ਵਿੱਚ ਸਮਾਨਿਆ। ਸੋ ਜਿਹੜੀ ਸਮਾਨਿਆ ਜਾਤੀ ਸੀ ਉਹਨਾਂ ਨੂੰ ਇਹ ਰਾਸ ਨਹੀਂ ਆਇਆ। ਉਹਨਾਂ ਨੇ ਜਿਹੜੇ ਹੋਲੀਗਨਸ ਲੈ ਕੇ ਉੱਥੇ ਉਹਨਾਂ ਨੇ ਰਾਈਟਸ ਕੀਤੇ ਅਤੇ ਬੜੀ ਪ੍ਰੋਬਲਮਸ ਆਈ ਉਹਨੂੰ। ਸਾਡੇ 2 ਬੱਚੇ ਸ਼ਹੀਦ ਵੀ ਹੋਏ, ਔਰ ਲਗਭਗ 300-400 ਲੋਕ ਸਾਡੇ ਅਰੈਸਟ ਵੀ ਹੋਏ। ਲੇਕਿਨ ਉਹ ਸਾਰਾ ਕੇਸ ਚੱਲ ਰਿਹਾ, ਠੀਕ ਹੋ ਰਿਹਾ। ਅਤੇ ਮਤਲਬ ਇਹ ਜਿਹੜੇ ਇੱਦਾਂ ਦੀਆਂ ਜਿਹੜੀਆਂ ਜਗ੍ਹਾ ਹੈਗੀਆਂ ਉਹ ਸਾਡੇ ਪੂਜਣਯੋਗ ਹਨ। ਸਾਡੇ ਪੁਰਖਿਆਂ ਦੀਆਂ ਇਹ ਮਿਹਨਤਾਂ ਕੀਤੀਆਂ ਹੋਈਆਂ, ਔਰ ਸਾਡੇ ਇਹ ਸਾਨੂੰ ਇੱਕ ਪ੍ਰੇਰਣਾ ਦਿੰਦੀਆਂ, ਸਾਨੂੰ ਅੱਗੇ ਵਧਣ ਔਰ ਜੋਸ਼ ਵਾਸਤੇ, ਆਪਣੇ ਹੱਕਾਂ ਵਾਸਤੇ ਲੜਨ ਵਾਸਤੇ ਇਹ ਸਾਨੂੰ ਇੱਕ ਪ੍ਰੇਰਣਾ ਦਾ ਸਰੋਤ ਬਣਦੀਆਂ ਹਨ। ਸੋ ਆਪਾਂ ਅੱਗੇ ਵਧਦੇ ਹੋਏ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਸਾਰਿਆਂ ਨੂੰ ਕਿ ਆਪਾਂ ਅੱਜ ਸਤਿਕਾਰਯੋਗ ਮਾਤਾ
ਸਵਿਤਰੀ ਦੇਵੀ ਫੂਲੇ ਜੀ, ਉਹਨਾਂ ਦਾ ਅੱਜ ਜਨਮ ਦਿਨ ਆ 3 ਜਨਵਰੀ 1931 ਨੂੰ ਉਹਨਾਂ ਦਾ ਜਨਮ ਹੋਇਆ ਸੀ। ਔਰ ਉਹ ਇੱਕ ਸੋਸ਼ਲ ਰਿਫਾਰਮਰ ਸੀ, ਇੱਕ ਐਜੂਕੇਸ਼ਨਿਸਟ ਸੀ ਔਰ ਇੱਕ ਪੋਇਟ ਵੀ ਸੀ, ਕਵਿਤਾ ਵੀ ਬਹੁਤ ਲਿਖਦੇ ਸੀ। ਔਰ ਜਦੋਂ ਉਹ ਛੋਟੀ ਉਮਰ 12-13 ਸਾਲ ਦੇ ਸੀ ਤਾਂ ਉਹਨਾਂ ਦੀ ਜਿਹੜੀ ਮੈਰਿਜ ਆ ਉਹ ਜੋਤੀ ਰਾਓ ਫੂਲੇ, ਜੋ ਕਿ ਰਾਸ਼ਟਰਪਿਤਾ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਜਿਨ੍ਹਾਂ ਨੇ ਇਹ ਮਾਤਾ ਸਵਿਤਰੀ ਦੇਵੀ ਜੀ ਆਪਣੇ ਪੇਕਿਆਂ ਤੋਂ ਪੜ੍ਹੇ ਨਹੀਂ ਸੀਗੇ ਜਦੋਂ ਇਹਨਾਂ ਦੀ ਮੈਰਿਜ ਹੋਈ ਆ। ਔਰ ਜੋਤੀ ਰਾਓ ਫੂਲੇ, ਜੋ ਮਹਾਤਮਾ ਜੋਤੀ ਰਾਓ ਫੂਲੇ ਜਿਹੜੇ ਸੀਗੇ, ਉਹਨਾਂ ਨੇ ਇਹਨਾਂ ਨੂੰ ਪੜ੍ਹਾਇਆ, ਇਹਨਾਂ ਨੂੰ ਜਿਹੜੀ ਮੌਲਿਕ ਜਿਹੜੀ ਸਿੱਖਿਆ ਉਹ ਦਿੱਤੀ। ਔਰ ਇਹਨਾਂ ਨੇ ਇੱਕ ਪ੍ਰਣ ਲਿਆ ਦੋਨਾਂ ਨੇ ਕਿ ਅਸੀਂ ਜੋ ਦਲਿਤ ਬੱਚੀਆਂ ਹਨ, ਜੋ ਬੇਟੀਆਂ ਹਨ ਸਾਡੀਆਂ, ਜਿਨ੍ਹਾਂ ਨੂੰ ਸਕੂਲ ਜਾਣ ਦਾ ਅਧਿਕਾਰ ਹੀ ਨਹੀਂ, ਉਹਨਾਂ ਵਾਸਤੇ ਸਕੂਲ ਖੋਲ੍ਹੀਏ। ਅਤੇ ਉਹਨਾਂ ਨੇ 1848 ਦੇ ਵਿੱਚ ਸਕੂਲ ਖੋਲ੍ਹਿਆ, ਪਿੰਡੇਵਾੜਾ, ਪੂਨੇ ਦੇ ਹੈ। ਸੋ ਇੱਕ ਕਾਲ ਆਈ ਹੈ, ਦੇਖ ਲੈਂਦੇ ਪਹਿਲਾਂ ਸਾਡੇ ਨਾਲ ਕੌਣ ਜੁੜਿਆ। ਹੈਲੋ, ਜੈ ਗੁਰਦੇਵ ਜੀ। ਹੈਲੋ, ਹਾਂਜੀ ਜੈ ਗੁਰਦੇਵ ਜੀ। ਧੰਨ ਗੁਰਦੇਵ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ ਜੀ? ਆਪਣੇ ਚਰਨਜੀਤ ਸਿਮਕ, ਇੱਕ ਵਾਰੀ ਫੇਰ ਹਾਂਜੀ ਤੁਹਾਡਾ ਹਾਂਜੀ ਫੇਰ ਸਵਾਗਤ ਹੈ ਜੀ ਤੁਹਾਡਾ ਚਰਨਜੀਤ ਜੀ। ਹਾਂਜੀ, ਕਿਉਂਕਿ ਤੁਸੀਂ ਬਹੁਤ ਟਾਈਮ ਦੇ ਰਹੇ ਹੋ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈਗਾ। ਤੇ ਬਾਕੀ ਜਿੱਦਾਂ ਹੈਗਾ ਸਵਿਤਰੀ ਬਾਈ ਫੂਲੇ, ਉਹਨਾਂ ਨੂੰ ਜਿਹੜੀ ਹੈਗੀ ਮਹਾਨ ਜਿਹੜੇ ਹੈਗੇ ਉਹਨੇ ਕੰਮ ਕੀਤੇ, ਉਹਨਾਂ ਨੂੰ ਵੀ ਤੇ ਹੋਰ ਜਿਹੜੇ ਆਪਣੇ ਕੋਰੋਗਾਉਂ ਦੇ ਵਿੱਚ ਸਮਝ ਲਓ ਉਹਨੇ ਵੀ ਜਿਹੜਾ ਜਿੱਤ ਪ੍ਰਾਪਤ ਕੀਤੀ ਹੈਗੀ ਆ, ਮਹਾਨ ਯੋਧਿਆਂ ਨੂੰ ਵੀ ਕੋਟ ਪ੍ਰਣਾਮ ਕਰਦੇ ਹੈਗੇ ਆ। ਤੇ ਹੋਰ ਵੀ ਜਿਹੜੇ ਜਿੰਨੇ ਵੀ ਕੋਈ ਵੀ ਚੰਗਾ ਕੰਮ ਕਰਦੇ ਹਨ, ਚਾਹੇ ਕੌਮ ਲਈ, ਦੇਸ਼ ਲਈ ਕਰਦੇ ਹਨ, ਤੇ ਉਹਨਾਂ ਨੂੰ ਕੋਟ ਪ੍ਰਣਾਮ ਹੈ। ਇਹੀ ਬੇਨਤੀ ਕਰਦੇ ਕਿ ਇੱਦਾਂ ਦੇ ਜਿਹੜੇ ਯੋਧਿਆਂ ਦੀ ਹਮੇਸ਼ਾ ਉਹਨਾਂ ਨੂੰ ਲੋੜ ਰਹਿੰਦੀ ਹੈਗੀ ਆ, ਮਾਤਾਵਾਂ ਦੀ ਵੀ ਜਿਹੜੇ ਹੈਗੇ ਆ, ਤੇ ਆਪਣੇ ਜਿਹੜੇ ਹੈਗੇ ਬੱਚਿਆਂ ਨੂੰ ਜਾਂ ਹੋਰ ਕੇ ਹੈਗੇ ਕੌਮ ਨੂੰ ਚੰਗੇ ਪਾਸੇ ਲਾਉਂਦੇ ਹਨ। ਤੇ ਆਪਾਂ ਨੂੰ ਹਮੇਸ਼ਾ ਵੀ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਸਤਮਾ ਜਿਹੜਾ ਉਹਨਾਂ ਦਾ ਵੀ ਨਾਂ ਜਿਹੜਾ ਹੈਗਾ ਵੀ ਲੈਣਾ ਚਾਹੀਦਾ, ਚੇਤੇ ਰੱਖਣਾ ਚਾਹੀਦਾ ਹੈਗਾ। ਤੇ ਆਉਣ ਵਾਲੀ ਜਨਰੇਸ਼ਨ ਜਿਹੜੀ ਹੈਗੀ ਉਹਨਾਂ ਨੂੰ ਵੀ, ਕਿਉਂਕਿ ਸਾਨੂੰ ਆਪ ਖੁਦ ਨਹੀਂ ਪਤਾ ਸੀਗਾ ਤੇ ਹੁਣੇ ਕੁਝ ਸਾਲਾਂ ਤੋਂ ਪਤਾ ਲੱਗਾ ਹੈਗਾ। ਤੇ ਜਿਹੜੇ ਵੀ ਇਸ ਤਰ੍ਹਾਂ ਦੇ ਆਪਾਂ ਕੋਟ ਪ੍ਰਣਾਮ ਕਰਦੇ ਹੈਗੇ ਆ ਸਾਰਿਆਂ ਨੂੰ ਹੀ। ਤੇ ਗਾਂ ਵੀ ਇੱਦਾਂ ਹੀ ਜਿਹੜੇ ਆਪਣਾ ਵੀ ਇਹ ਕੰਮ ਜਿਹੜਾ ਕੰਚ TV ਚੱਲਦਾ ਰੱਖੇ ਤੇ ਪ੍ਰਭੂ ਪਰਮਾਤਮਾ ਆਪਾਂ ਨੂੰ ਜੇ ਹੋਰ ਤਰੱਕੀਆਂ ਦੇਵੇ। ਤੇ ਤੁਹਾਡਾ ਵੀ ਜਿਹੜਾ ਹੈਗਾ ਨਾਲ ਪ੍ਰੋਗਰਾਮ ਪੇਸ਼ ਕਰਨੇ ਦਾ, ਸ਼ੌਂਕੀ ਸਾਹਿਬ ਦਾ, ਤੁਹਾਡਾ ਹੋਰ ਜਿੱਦੇ ਤੋਂ ਵੀ ਆਪਣੇ ਹੈਗੇ ਪਾਸ਼ਕ ਜੀ ਲਾ ਲਓ ਜਾਂ ਹੋਰ ਡਾਕਟਰ ਸਾਹਿਬ ਲਾ ਲਓ, ਹੋਰ ਜਿੰਨੇ ਵੀ ਆਪਣੇ ਹੋਰ ਵੀ ਹੈਗੇ, ਬਹੁਤ ਸੋਹਣਾ ਜਾਣੀ ਕਿ ਆਪਣੇ ਪ੍ਰੋਗਰਾਮ ਹੁੰਦੇ ਹਨ। ਤੇ ਇੱਦਾਂ ਹੀ ਮਹਾਰਾਜ ਆਪਾਂ ਨੂੰ ਤਰੱਕੀਆਂ ਦੇਵੇ। ਤੇ ਸਾਰਿਆਂ ਦਾ ਹੀ ਜਿਹੜੇ ਵੀ ਸੇਵਾਦਾਰ, ਸਾਰਿਆਂ ਦਾ ਹੀ ਧੰਨਵਾਦ ਕਰਦੇ, ਸਾਰਿਆਂ ਨੂੰ ਜੈ ਗੁਰਦੇਵ, ਧੰਨਵਾਦ। ਥੈਂਕ ਯੂ ਜੀ, ਬਹੁਤ ਬਹੁਤ ਤੁਹਾਡਾ ਮਿਹਰਬਾਨੀ ਚੰਦ ਜੀ ਕਾਲ ਕਰਨ ਦਾ ਔਰ ਆਪਣੇ ਵਿਚਾਰ ਪੇਸ਼ ਕਰਨ ਦਾ। ਸੋ ਜਦੋਂ ਇਹਨਾਂ ਦੀ ਮੈਰਿਜ ਹੋਈ ਆ ਮਹਾਤਮਾ ਜੋਤੀ ਰਾਓ ਫੂਲੇ ਜੀ, ਔਰ ਉਹਨਾਂ ਨੇ ਜਦੋਂ ਇਹਨਾਂ ਨੂੰ ਐਜੂਕੇਸ਼ਨ ਦਿੱਤੀ ਆ, ਅਤੇ ਜਦੋਂ ਇਹਨਾਂ ਨੇ ਘਰ ਘਰ ਜਾ ਕੇ ਬੱਚਿਆਂ ਨੂੰ ਮੰਗਾ ਕੇ ਉਹਨਾਂ ਨੂੰ ਪੜ੍ਹਾਉਣਾ ਚਾਹਿਆ, ਅਤੇ ਜਿਹੜੇ ਲੋਕ ਸੀ ਉਹਨਾਂ ਨੂੰ ਰਾਸ ਨਹੀਂ ਆ ਰਿਹਾ ਸੀ। ਔਰ ਉਹਨਾਂ ਨੇ ਇੰਨੀਆਂ ਤਕਲੀਫਾਂ ਦਿੱਤੀਆਂ, ਇੰਨੇ ਉਹਨਾਂ ਨੂੰ ਅਤਿਆਚਾਰ ਉਹਨਾਂ 'ਤੇ ਕੀਤੇ, ਇੰਨਾ ਬੇਇੱਜ਼ਤ ਕੀਤਾ ਕਿ ਇੱਥੇ ਤੱਕ ਕਿ ਰਸਤੇ ਦੇ ਵਿੱਚੋਂ ਚੱਕ ਕੇ ਜੋ ਦੂਸਰੀ ਮਹਿਲਾਵਾਂ ਸੀ, ਜਿਹੜੀਆਂ ਦੂਸਰੀਆਂ ਔਰਤਾਂ ਸੀ, ਚੱਕ ਕੇ ਗੋਹਾ ਵੀ ਇਹਨਾਂ 'ਤੇ ਮਾਰਦੀਆਂ ਸੀ, ਮੂੰਹ ਦੇ ਉੱਤੇ ਕਦੀ ਕੁਛ ਮਾਰਦੀਆਂ ਸੀ, ਔਰ ਉਹਨਾਂ ਨੂੰ ਅਪਸ਼ਬਦ ਬੋਲਦੀਆਂ ਸੀ, ਔਰ ਉਹਨਾਂ ਨੂੰ ਜਲੀਲ ਕਰਦੀਆਂ ਸੀ। ਲੇਕਿਨ ਉਹ ਆਪਣੇ ਅਤੇ ਜਦੋਂ ਉਹਨਾਂ ਨੂੰ ਇਹ ਤਕਲੀਫਾਂ ਸਹਿ ਰਹੀਆਂ ਸੀਗੀਆਂ ਅਤੇ ਉਹ ਆ ਕੇ ਘਰ ਨਿਰਾਸ਼ ਹੋ ਜਾਂਦੇ ਸੀਗੇ। ਜੋ ਨਿਰਾਸ਼ ਹੁੰਦੇ ਸੀ ਅਤੇ ਫਿਰ ਉਹਨਾਂ ਦੇ ਪਤੀ ਮਹਾਤਮਾ ਜੋਤੀ ਰਾਓ ਫੂਲੇ ਜੀ ਉਹਨਾਂ ਨੂੰ ਦੱਸਦੇ ਸੀਗੇ ਕਿ ਅਸੀਂ ਜਿਹੜਾ ਪ੍ਰਣ ਕੀਤਾ ਹੈ, ਚਾਹੇ ਕੁਛ ਵੀ ਹੋ ਜਾਵੇ, ਅਸੀਂ ਇਸ ਨੂੰ ਪੂਰਾ ਕਰਨਾ ਹੈ। ਔਰ ਅੱਗੇ ਵਧਣ ਤੋਂ ਪਹਿਲਾਂ ਇੱਕ ਮੈਨੂੰ ਯਾਦ ਆਇਆ ਹੁਣੀ ਕਿ ਸਾਡੇ ਕੰਚ TV 'ਤੇ ਜੋ ਸਾਡੀਆਂ ਬੀਬੀਆਂ ਹਨ ਉਹ ਬਹੁਤ ਸੇਵਾਵਾਂ ਕਰਦੀਆਂ ਹਨ। ਜਿਸ ਤਰ੍ਹਾਂ ਭੋਲੀ ਰੰਧਾਵਾ ਜੀ ਆ, ਬੀਬੀ ਗੁਰਮੀਤ ਜੀ ਆ, ਹੋਰ ਮੈਨੂੰ ਨਾਮ ਭੁੱਲ ਗਿਆ, ਮੈਂ ਮਾफ़ੀ ਚਾਹੁੰਦਾ ਹਾਂ। ਜਦੋਂ ਅਗਲੀ ਵਾਰੀ ਕਦੀ ਪ੍ਰੋਗਰਾਮ ਕਰੂੰਗਾ ਤਾਂ ਮੈਂ ਜ਼ਰੂਰ ਨਾਮ ਲਿਖ ਕੇ ਲਿਆਉਂਗਾ। ਅਤੇ ਉਹ ਜੋ ਸੇਵਾਵਾਂ ਕਰਦੀਆਂ ਆ ਉਹ ਇੱਕ ਅਣਥੱਕ ਸੇਵਾਵਾਂ ਆ ਉਹਨਾਂ ਦਾ। ਕੰਚ TV ਔਰ ਅਸੀਂ ਸਾਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਔਰ ਇੱਕ ਹੋਰ ਆਪ ਸਭ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਆਪ ਸਭ ਨੂੰ ਪਤਾ ਆ ਕਿ 27 ਫਰਵਰੀ 2021 ਪਰਮ ਪਿਤਾ ਜਗਤ ਪਿਤਾਮਾ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਆ ਰਿਹਾ ਹੈ। ਔਰ ਗੁਰਪੁਰਬ ਦੇ ਸੰਬੰਧ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਲੜੀਵਾਰ ਅੰਮ੍ਰਿਤ ਬਾਣੀ ਦੇ ਜਾਪ ਕਰਵਾ ਰਹੀਆਂ ਆ।
ਸੋ ਆਪ ਸਭ ਨੂੰ ਬੇਨਤੀ ਕਰਦੇ ਹਾਂ ਕਿ फ़ोन ਚੱਕੋ और कंट्रोल रूम 'ਚ फ़ोन करो और अपने पाठ अपने परिवारां ਦੀਆਂ ਤੰਦਰੁਸਤੀਆਂ ਆਪਣੇ ਉਸ ਰਹਿਬਰ ਦੇ ਪਾਠ ਜੋ ਉਹਨਾਂ ਦੀ ਬਾਣੀ ਹੈ ਉਹ ਸਾਨੂੰ ਉਹਦਾ ਕੋਈ ਫਾਇਦਾ ਮਿਲੇ ਤਾਂ ਕਿ ਆਪਣੇ ਮਹਾਂਪੁਰਸ਼ਾਂ ਦੀ ਜਿਹੜੀ ਆ ਉਹ ਅੱਗੇ ਵਧੀਏ, ਅਸੀਂ ਉਹਨਾਂ ਦੇ ਪ੍ਰਵਚਨਾਂ ਨੂੰ ਲਈਏ ਔਰ ਉਹਨਾਂ ਦੀ ਬਾਣੀ ਨੂੰ ਅਸੀਂ ਔਰ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਸਮਰਪਿਤ ਕਰੀਏ। ਸੋ ਬਹੁਤ ਬਹੁਤ ਧੰਨਵਾਦ ਅਸੀਂ ਕਰਦੇ ਨੇ ਬੀਬੀਆਂ ਦਾ। ਸੋ ਅੱਗੇ ਚੱਲਦੇ, ਹੁਣ ਇਹ ਵੀ ਇੱਕ ਬਹੁਤ ਬੀਬੀ ਜੀ ਹੈ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ, ਮਾਤਾ ਸਵਿਤਰੀ ਬਾਈ ਫੂਲੇ। ਜਦੋਂ ਬਾਹਰ ਗਏ ਤੇ ਜਿਹੜੀਆਂ ਦੂਸਰੀਆਂ ਮਹਿਲਾਵਾਂ ਸੀਗੀਆਂ ਜਾਂ ਔਰਤਾਂ ਸੀਗੀਆਂ, ਉਹਨਾਂ ਨੇ ਸੋਚਿਆ ਕਿ ਇਹਨਾਂ ਨੂੰ ਤਾਂ ਅਸੀਂ ਇੰਨਾ ਜਲੀਲ ਕੀਤਾ, ਇਹ ਤਾਂ ਹਟ ਹੀ ਨਹੀਂ ਰਿਹਾ ਆਪਣੇ ਰਸਤੇ ਤੋਂ, ਕੋਈ ਹੋਰ ਤਕਰੀਬ ਕਰੀਏ ਜਿਹਦੇ ਨਾਲ ਕਿ ਇਹ ਬਿਲਕੁਲ ਬੰਦ ਕਰਨ। ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸਵਿਤਰੀ, ਤੁਸੀਂ ਆਹ ਜਿਹੜਾ ਸਮਾਜਿਕ ਸੇਵਾ ਦਾ ਸਮਾਜ ਸੇਵਾ ਦਾ ਕੰਮ ਕਰ ਰਹੇ ਹੋ, ਇਹਦੇ ਨਾਲ ਤੁਹਾਨੂੰ ਕੀ ਫਾਇਦਾ ਹੋਣਾ? ਤੁਹਾਡੀ ਕੋਈ ਔਲਾਦ ਨਹੀਂ ਹੈਗੀ, ਤੁਸੀਂ ਨਾ ਕੋਈ ਗ੍ਰਸਤੀ ਕਰ ਰਹੇ ਹੋ, ਤੁਹਾਡੇ ਜਾਣ ਤੋਂ ਬਾਅਦ ਤੁਹਾਡੀ ਜੋ ਕਬਰ ਹੈ ਉਸ 'ਤੇ ਕੌਣ ਦੀਪਕ ਜਲਾਏਗਾ, ਦੀਵਾ ਕੌਣ ਜਲਾਊਗਾ? ਤੁਹਾਡਾ ਕੋਈ ਹੋਣਾ ਹੀ ਨਹੀਂ ਹੋ। ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਇਹਨੂੰ ਛੱਡੋ ਔਰ ਆਪਣੀ ਗ੍ਰਸਤੀ ਵਿੱਚ ਆਓ, ਆਪਣੇ ਜੀਵਨ ਆਪਣਾ ਬਤੀਤ ਕਰੋ, ਆਪਣੇ ਬੱਚਿਆਂ ਦੇ ਨਾਲ ਖੁਸ਼ ਰਹੋ। ਅਤੇ ਉਹਨਾਂ ਦੇ ਸਮਝ ਵੀ ਲੱਗ ਗਈ ਇੱਕ ਮਿੰਟ ਕੀ ਗੱਲ ਤਾਂ ਠੀਕ ਹੈਗੀ ਆ। ਉਹ ਆ ਕੇ ਘਰ ਆਏ ਆ ਔਰ ਉਦਾਸ ਬੈਠੇ ਅਤੇ ਮਹਾਤਮਾ ਜੋਤੀਬਾ ਫੁੱਲੇ ਜੀ ਆਉਂਦੇ ਆ। ਉਹ ਕਹਿੰਦੇ ਕਿ ਸਵਿਤਰੀ ਕਿਉਂ ਉਦਾਸ ਕਿਉਂ, ਕੀ ਗੱਲ ਹੋਈ ਹੈ? ਅੱਜ ਕਿਸੇ ਹੋਰ ਨੇ ਫੇਰ ਅਤਿਆਚਾਰ ਜਾਂ ਕੋਈ ਜਲੀਲ ਕੀਤਾ? ਕਹਿੰਦੇ ਨਹੀਂ ਸਵਾਮੀ। ਉਹ ਕਹਿੰਦੇ ਨਹੀਂ ਜੀ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ, ਲੇਕਿਨ ਅੱਜ ਮੇਰੇ ਦਿਮਾਗ ਦੇ ਵਿੱਚ ਇੱਕ ਮਨ ਦੇ ਵਿੱਚ ਇੱਕ ਗੱਲ ਆਉਂਦੀ ਆ ਕਿ ਆਪਾਂ ਇਹ ਸਾਰਾ ਕੁਝ ਛੱਡ ਕੇ ਕਿਉਂ ਨਾ ਆਪਾਂ ਗ੍ਰਸਤੀ ਕਰੀਏ, ਸਾਡੀ ਵੀ ਔਲਾਦਾਂ ਹੋਣ ਜਿਹੜੀਆਂ ਸਾਨੂੰ ਬੁਢਾਪੇ ਦੇ ਵਿੱਚ ਸਾਡੀ ਸੇਵਾ ਕਰਨ, ਔਰ ਅਸੀਂ ਅਗਰ ਜਦੋਂ ਦੁਨੀਆ 'ਤੇ ਨਹੀਂ ਰਵਾਂਗੇ ਤਾਂ ਸਾਨੂੰ ਉਹ ਯਾਦ ਕਰਨਗੇ, ਸਾਡੇ ਕਬਰਾਂ 'ਤੇ ਆ ਕੇ ਉਹ ਫੁੱਲ ਚੜਾਇਆ ਕਰਨਗੇ, ਸਾਨੂੰ ਉਹ ਯਾਦ ਕਰਾ ਕਰਨਗੇ। ਸੋ ਉਹ ਬੜੇ ਹੈਰਾਨ ਹੋਏ। ਚਲੋ ਪਹਿਲਾਂ ਗੱਲ ਕਰਨ ਦੀ ਕਾਲ ਇੱਕ ਆਈ ਹੈ। ਹੈਲੋ, ਜੈ ਗੁਰਦੇਵ ਜੀ। ਹੈਲੋ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਜੈ ਗੁਰਦੇਵ ਜੀ। ਜੈ ਗੁਰਦੇਵ ਜੀ। ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਆ। ਥੈਂਕ ਯੂ ਜੀ। ਆ ਜਿਹੜਾ ਲੱਗਾ ਕਬੀਰ ਜੀ ਦਾ, ਹਾਂਜੀ, ਬਹੁਤ ਨਾਈਸ ਤੁਸੀਂ ਇਹ ਪ੍ਰੋਗਰਾਮ ਲਿਆਂਦਾ ਆ। ਮੈਂ 2 ਘੰਟੇ ਹੋ ਗਏ ਤੋਂ ਸੁਣਦੀ ਨੂੰ। ਥੈਂਕ ਯੂ ਬੀਬੀ ਜੀ। ਹਾਂਜੀ, ਤੇ ਨਵੇਂ ਸਾਲ ਦੀਆਂ ਵਧਾਈਆਂ ਦਿੰਦੀ ਆ। ਤੇ ਤੁਹਾਨੂੰ ਵੀ ਜੀ ਬਹੁਤ ਬਹੁਤ ਵਧਾਈਆਂ ਬੀਬੀ ਜੀ। ਤੁਸੀਂ ਵੀ ਖੁਸ਼ ਰਹੋ, ਤੁਹਾਡਾ ਪਰਿਵਾਰ ਤੰਦਰੁਸਤ ਹੈ, ਨਵਾਂ ਸਾਲ ਤੁਹਾਡੇ ਵਾਸਤੇ ਖੁਸ਼ੀਆਂ ਲੈ ਕੇ ਆਵੇ, ਖੇੜੇ ਲੈ ਕੇ ਆਵੇ ਜੀ। ਬਹੁਤ ਬਹੁਤ ਮਿਹਰਬਾਨੀ ਬੀਬੀ ਜੀ ਤੁਹਾਡੀ। ਜੈ ਗੁਰਦੇਵ। ਜੈ ਗੁਰਦੇਵ ਜੀ। ਓਕੇ। ਸੋ ਉਹ ਪੁੱਛ ਰਹੇ ਕਿ ਕੀ ਗੱਲ ਹੈਗੀ ਆ, ਤਾਂ ਉਹਨਾਂ ਨੇ ਦੱਸਿਆ ਕਿ ਆਪਾਂ ਜਿਹੜਾ ਕੁਝ ਵੀ ਕਰ ਰਹੇ ਹਾਂ ਉਹਦੇ ਵਿੱਚ ਸਾਨੂੰ ਲੌਂਗ ਰਨ 'ਤੇ ਕੋਈ ਬੈਨੀਫਿਟ ਨਹੀਂ ਹੈਗਾ, ਕਿਉਂਕਿ ਸਾਡੇ ਕੋਈ ਔਲਾਦ ਹੀ ਨਹੀਂ ਹੋਣੀ, ਅਸੀਂ ਤਾਂ ਸਮਾਜਿਕ ਕੰਮਾਂ ਦੇ ਵਿੱਚ ਪਏ ਹਾਂ। ਅਤੇ ਉਹਨਾਂ ਨੇ ਇੱਕ ਸਵਾਲ ਕੀਤਾ, ਕਹਿੰਦੇ ਸਵਿਤਰੀ, ਅਗਰ ਅਸੀਂ ਇੱਕ ਪੌਦਾ ਮੰਨ ਲਓ ਇੱਕ ਕਣਕ ਦਾ ਬੂਟਾ ਉਗਾਉਣਾ ਆ ਤਾਂ ਕੀ ਕਰਨਾ ਪਵੇਗਾ ਸਾਨੂੰ? ਤਾਂ ਉਹਨਾਂ ਨੇ ਕਿਹਾ ਕਿ ਸਿੰਪਲ ਆ, ਇੱਕ ਕਣਕ ਦਾ ਦਾਣਾ ਲਓ, ਉਹਨੂੰ ਜ਼ਮੀਨ ਦੇ ਵਿੱਚ ਰੱਖ ਦਿਓ, ਮਾੜਾ ਜਿਹਾ ਪਾਣੀ ਪਾ ਦਿਓ, ਔਰ ਉਹ 1-2 ਦਿਨ ਦੇ ਵਿੱਚ ਉਂਗਰ ਪਵੇਗਾ। ਉਹ ਦੇਖਦੇ ਦੇਖਦੇ ਆਪਾਂ ਉਹਨੂੰ ਪਾਣੀ ਪਾਈ ਜਾਵਾਂਗੇ, ਉਹਨੇ ਵੱਡਾ ਹੋ ਜਾਣਾ, ਔਰ ਉੱਤੇ ਜਾ ਕੇ ਫਿਰ ਇੱਕ ਕਣਕ ਦਾ ਛਿੱਟਾ ਲੱਗਣਾ ਜਿਹਦੇ ਵਿੱਚ ਬਹੁਤ ਸਾਰੇ ਦਾਣੇ ਹੋਣਗੇ। ਕਹਿੰਦੇ ਹਾਂ ਬਿਲਕੁਲ ਠੀਕ ਆ, ਪਰ ਇੱਕ ਗੱਲ ਤੁਸੀਂ ਭੁੱਲ ਗਏ ਆ, ਉਹ ਇਹ ਆ ਕਿ ਉਹ ਜਦੋਂ ਦਾਣਾ ਅਸੀਂ ਜ਼ਮੀਨ ਦੇ ਵਿੱਚ ਰੱਖਣਾ ਆ ਅਤੇ ਜਦੋਂ ਉਹ ਉਂਗਰਨਾ ਆ, ਉਹਦੀ ਛਾਤੀ ਪਾੜ ਕੇ, ਮਤਲਬ ਉਹਨੇ ਆਪਣੇ ਆਪ ਨੂੰ ਨਸ਼ਟ ਕਰਨਾ, ਉਹਨੇ ਆਪਣੀ ਹਸਤੀ ਮਿਟਾਉਣੀ ਆ, ਫਿਰ ਉਹ ਉੱਪਰ ਨੂੰ ਨਿਕਲਣਾ ਆ। ਅਤੇ ਕਿਸੇ ਸ਼ਾਇਰ ਨੇ ਵੀ ਕਿਹਾ ਆ, मिटा दे अपनी हस्ती को अगर कुछ मर्तबा चाहिए कि दाना खाक में मिलकर गुले गुलजार होता है। सो वो कहते तुसी ये गल तो भुल ही गए। फिर वो समझे कि वाकई वो कहते तो जी औलाद की गल करदी हाँ, ਅਸੀਂ ਆਪਣੇ ਬੱਚਿਆਂ ਨੂੰ ਇੱਦਾਂ ਦੇ ਸੰਸਕਾਰ, ਇਹਨਾਂ ਨੂੰ ਸਿੱਖਿਆ ਇੱਦਾਂ ਦੀ ਦੇ ਦੇਣੀ ਆ। ਤੂੰ ਤਾਂ ਇੱਕ ਬੱਚੀ ਜਾਂ ਦੋ ਬੱਚਿਆਂ ਦੀ ਗੱਲ ਕਰਦੀ ਆ, ਤੇਰੇ ਲੱਖਾਂ ਹਜ਼ਾਰਾਂ ਬੱਚੇ ਹੋਣਗੇ ਜਿਹੜੀ ਤੇਰੇ ਕਬਰ 'ਤੇ ਜਾ ਕੇ ਦੀਪਕ ਜਲਾਉਣਗੇ। ਅੱਜ ਉਹੀ ਚੀਜ਼ ਆ ਜਿੱਥੇ ਉਹਨਾਂ ਦਾ ਕਬਰ ਹੈਗੀ ਆ ਜਾਂ ਜਿਹੜਾ ਉਹਨਾਂ ਦਾ ਘਰ ਆ, ਅੱਜ ਉਸੇ ਤਰ੍ਹਾਂ ਕੱਚਾ ਹੀ ਬਣਿਆ ਹੋਇਆ।
ਔਰ ਬਹੁਤ ਅੱਛਾ ਆ। ਲੋਕ ਉੱਥੇ ਟੂਰਿਸਟ ਜਾਂਦੇ ਆ ਔਰ ਉੱਥੇ ਉਹਨਾਂ ਨੂੰ ਪ੍ਰਣਾਮ ਕਰਦੇ ਆ। ਅੱਜ ਉਹਨਾਂ ਦੇ ਇੱਕ ਬੱਚਾ ਨਹੀਂ ਹੈਗਾ, 2 ਨਹੀਂ, ਲੱਖਾਂ ਹੀ ਬੱਚੇ ਆ ਉਹਨਾਂ ਦੇ ਜਿਹੜੇ ਉਹਨਾਂ ਨੂੰ ਜਾ ਕੇ ਪ੍ਰਣਾਮ ਕਰਦੇ ਆ। ਔਰ 1848 ਵਿੱਚ ਜਦੋਂ ਉਹਨਾਂ ਨੇ ਸਕੂਲ ਬਣਾਇਆ ਬੱਚੀਆਂ ਵਾਸਤੇ ਔਰ ਸਿੱਖਿਆ ਦਿੱਤੀ ਔਰ ਬੱਚਿਆਂ ਨੂੰ ਪ੍ਰੇਰਿਤ ਕੀਤਾ ਪੜ੍ਹਨ ਵਾਸਤੇ, ਔਰ ਜਦੋਂ ਇਹ ਚੱਲਦਾ ਰਿਹਾ ਤੇ ਫਿਰ ਉਹਨਾਂ ਨੇ 1851 ਦੇ ਵਿੱਚ 2 ਸਕੂਲ ਹੋਰ ਖੋਲ੍ਹੇ। ਤਾਂ ਇਸ ਤਰ੍ਹਾਂ ਉਹਨਾਂ ਨੇ ਕਾਫੀ ਸਕੂਲ ਖੋਲ੍ਹੇ ਸਿਰਫ ਬੱਚੀਆਂ, ਜਿਹੜੀ ਦਲਿਤ ਬੱਚੀਆਂ ਨੂੰ ਪੜ੍ਹਾਉਣ ਵਾਸਤੇ, ਨਾ ਕਿ ਸਿਰਫ ਬਾਕੀ ਵੀ ਕਿਸੇ ਵੀ ਕਾਸਟ ਦੇ ਉੱਥੇ ਆ ਕੇ ਪੜ੍ਹ ਸਕਦੇ ਸੀਗੇ। ਇਹਦਾ ਨਤੀਜਾ ਹੈ, ਦੇਖੋ ਜਦੋਂ ਕੋਈ ਵੀ ਅੱਜ ਅਗਰ ਅਸੀਂ ਭਾਰਤ ਦਾ ਸੰਵਿਧਾਨ ਦੇਖਦੇ ਹਾਂ ਤਾਂ ਭਾਰਤ ਦੇ ਸੰਵਿਧਾਨ ਦੇ ਵਿੱਚ ਮਹਿਲਾਵਾਂ ਦੀ, ਨਾਰੀ ਵਰਗ ਦਾ ਜੋ ਬਹੁਤ ਉੱਚਾ ਮਕਾਮ ਹੈ, ਪੁਰਸ਼ ਔਰ ਨਾਰੀ ਬਰਾਬਰ ਆ, ਇਹ ਬਾਬਾ ਸਾਹਿਬ ਅੰਬੇਡਕਰ ਨੇ ਲਿਖਿਆ। ਲੇਕਿਨ ਇਹ ਸ਼ੁਰੂ ਕਿੱਥੋਂ ਹੋਈਆਂ ਚੀਜ਼ਾਂ? ਇਹ ਜਦੋਂ ਪਹਿਲਾਂ ਛੋਟੇ ਛੋਟੇ ਇੰਸੀਡੈਂਟ, ਬੜੇ ਲੋਕ, ਬੜੇ ਪੁਰਖ ਜਿਹੜੇ ਸਾਡੇ ਪੁਰਸ਼ਾਰਥ ਕਰਦੇ ਆ, ਲੇਕਿਨ ਕਰਦੇ 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 ਇੱਕ ਇਸ ਤਰ੍ਹਾਂ ਦਾ ਮਕਾਮ ਆਉਂਦਾ ਹੈ ਕਿ ਉਹਨੂੰ ਅੰਜਾਮ ਦਿੱਤਾ ਜਾਂਦਾ ਆ। ਇਸੇ ਤਰ੍ਹਾਂ ਜਦੋਂ ਅਸੀਂ ਸਤੀ ਪ੍ਰਥਾ ਦੀ ਗੱਲ ਕਰਦੇ ਹਾਂ, ਸਤੀ ਪ੍ਰਥਾ ਕੀ ਆ ਕਿ ਜਦੋਂ ਇੱਕ ਬੇਟੀ, ਉਸ ਦੀ ਮੈਰਿਜ ਕਰ ਦਿੱਤੀ ਲੇਕਿਨ ਉਸ ਦਾ ਪਤੀ ਦੁਰਘਟਨਾ ਵਿੱਚ ਕਿਸੇ ਤਰ੍ਹਾਂ ਉਹਦੀ ਮੌਤ ਹੋ ਜਾਂਦੀ ਆ, ਤਾਂ ਉਹਦੀ ਚਿਤਾ ਦੇ ਵਿੱਚ ਹੀ ਉਸ ਨੂੰ ਜਲਾ ਦਿੱਤਾ ਜਾਂਦਾ ਸੀ। ਇਹ ਕਿਹੜਾ ਇਨਸਾਫ ਸੀਗਾ? ਜਦੋਂ ਅਸੀਂ ਇਤਿਹਾਸ ਦੇਖਦੇ ਹਾਂ ਤੇ ਜਦੋਂ ਬ੍ਰਿਟਿਸ਼ ਰਾਜ ਸੀਗਾ ਇੱਥੇ ਇੰਡੀਆ ਦੇ ਵਿੱਚ, ਉਦੋਂ ਜਿਹੜੇ ਵਾਇਸਰਾਏ ਹੁੰਦੇ ਸੀਗੇ, ਇੱਕ ਵਾਇਸਰਾਏ ਸੀਗਾ ਵਿਲੀਅਮ ਬੈਂਟਿਕ, ਉਹਨੇ ਇਹ ਪ੍ਰਥਾ ਜਿਹੜੀ ਆ ਇਹ ਹਟਾਈ ਸੀਗੀ। ਔਰ ਇਸ ਤੋਂ ਬਾਅਦ ਹੋਰ ਜਿੰਨੇ ਮਹਾਂਪੁਰਸ਼ ਆਏ ਆ ਉਹਨਾਂ ਨੇ ਵੀ ਹਟਾਈ ਆ। ਉਹ ਕਰਦੇ 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 ਇੱਕ, ਜਦੋਂ ਅਸੀਂ ਕੋਈ ਇੰਸੀਡੈਂਟ, ਜਦੋਂ ਕੁਛ ਵੀ ਪੁਰਸ਼ਾਰਥ ਚੱਲ ਰਿਹਾ, ਲੇਕਿਨ ਇੱਕ ਮੁਕਾਮ ਇਸ ਤਰ੍ਹਾਂ ਦਾ ਆਉਂਦਾ ਆ ਜਿੱਥੇ ਉਹਨਾਂ ਨੂੰ ਅਸਲੀ ਜਾਮਾ ਪਹਿਨਾ ਕੇ ਦਸਤਾਵੇਜ਼ਾਂ ਦੇ ਵਿੱਚ ਸਜਾ ਦਿੱਤਾ ਜਾਂਦਾ ਆ। ਸੋ ਇਹ ਚੀਜ਼ਾਂ ਜਿਹੜੀਆਂ ਇਹ ਚੱਲਦੀਆਂ ਰਹਿੰਦੀਆਂ। ਔਰ ਜਿਸ ਤਰ੍ਹਾਂ ਕੋਈ ਵੀ ਗੱਲ ਕਰ ਲਈਏ, ਜਿਸ ਤਰ੍ਹਾਂ ਅਸੀਂ ਰਿਜ਼ਰਵੇਸ਼ਨ ਦੀ ਗੱਲ ਕਰ ਲਈਏ ਕਿ ਹਾਂਜੀ ਅਸੀਂ ਜਦੋਂ ਵੀ ਕਹਿੰਦੇ ਹਾਂ, ਅਸੀਂ ਇਹ ਕਹਿੰਦੇ ਹਾਂ ਜਦੋਂ ਭਾਰਤ 26 ਜਨਵਰੀ 1950 ਨੂੰ ਲਾਗੂ ਹੋਇਆ ਸੰਵਿਧਾਨ, ਔਰ ਉਹਦੇ ਵਿੱਚ ਇਹ ਲਿਖਿਆ ਹੈ ਉਦੋਂ ਤੋਂ ਲਾਗੂ ਹੋਇਆ। ਲੇਕਿਨ ਇਹ ਜੱਦੋਜਹਿਦ ਜਿਹੜੀ ਹੈ ਬਹੁਤ ਦੇਰ ਦੀ ਚੱਲ ਰਹੀ ਹੈ। ਜਦੋਂ ਬਾਬਾ ਸਾਹਿਬ ਅੰਬੇਡਕਰ, ਜਦੋਂ ਸਾਈਮਨ ਕਮਿਸ਼ਨ ਆਇਆ ਤੇ ਸਾਈਮਨ ਕਮਿਸ਼ਨ ਤੋਂ ਬਾਕੀਆਂ ਨੇ ਤਾਂ ਵਿਰੋਧ ਕੀਤਾ ਸੀ, ਲਾਲਾ ਲਾਜਪਤ ਸਾਰਿਆਂ ਨੇ ਵਿਰੋਧ ਕੀਤਾ, ਲੇਕਿਨ ਬਾਬਾ ਸਾਹਿਬ ਨੇ ਵੈਲਕਮ ਕੀਤਾ ਸੀਗਾ। ਔਰ ਉਸ ਤੋਂ ਬਾਅਦ ਜਦੋਂ ਰਾਊਂਡ ਟੇਬਲ ਕਾਨਫਰੰਸਿਸ ਹੋਈਆਂ ਉੱਥੇ 1930, 1931, 1932 ਤਿੰਨੇ ਰਾਊਂਡ ਟੇਬਲ ਕਾਨਫਰੰਸ, ਉਹਦੇ ਵਿੱਚ ਜਿਹੜਾ ਨਤੀਜਾ ਨਿਕਲਿਆ ਉਹ ਨਿਕਲਿਆ ਕਮਿਊਨਲ ਅਵਾਰਡ ਕਿ ਜਿੰਨੀ ਕਿਸੇ ਦੀ ਗਿਣਤੀ ਆ ਉਹਦਾ ਉਸ ਤਰ੍ਹਾਂ ਦਾ ਹਿੱਸੇਦਾਰੀ ਹੋਵੇਗੀ। ਉਹ ਜਦੋਂ ਇਹ ਗੱਲ ਹੋਈ ਆ ਤੇ ਫਿਰ ਗਾਂਧੀ ਜੀ ਜਰਵਦਾ ਜੇਲ੍ਹ ਦੇ ਵਿੱਚ ਇੰਡੀਪੈਂਡੈਂਸ ਮੂਵਮੈਂਟ ਦੇ ਵਿੱਚ, ਫਰੀडम ਮੂਵਮੈਂਟ ਦੇ ਵਿੱਚ ਬੰਦ ਸੀਗੇ। ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਕਮਿਊਨਲ ਅਵਾਰਡ ਆਇਆ ਤਾਂ ਉਹਨਾਂ ਨੇ ਮਰਨ ਵਰਤ ਰੱਖ ਲਿਆ। ਜੋ ਮਰਨ ਵਰਤ ਰੱਖ ਲਿਆ ਤੇ ਬਾਕੀ ਜਿੰਨੇ ਵੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਲੀਡਰ ਸੀਗੇ ਉਹ ਸਾਰੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਪਿੱਛੇ ਪੈ ਕੇ ਤੁਸੀਂ ਪਲੀਜ਼ ਉਹਨਾਂ ਦੀ ਜਾਨ ਬਚਾਓ, ਤੁਸੀਂ ਆਪਸ ਵਿੱਚ ਗੱਲਬਾਤ ਕਰਕੇ ਕਿਸੇ ਇੱਦਾਂ ਦੇ ਫੈਸਲੇ 'ਤੇ ਪਹੁੰਚੋ ਕਿ ਤੁਹਾਨੂੰ ਵੀ ਕੋਈ ਪ੍ਰੋਬਲਮ ਨਾ ਹੋਵੇ, ਉਹਨਾਂ ਨੂੰ ਵੀ ਕੋਈ ਪ੍ਰੋਬਲਮ ਨਾ ਹੋਵੇ। ਤਾਂ ਦੋਨਾਂ ਦੇ ਵਿੱਚ ਜੋ ਮੁਲਾਕਾਤ ਹੋਈ, ਜਿਹਨੂੰ ਅਸੀਂ ਪੂਨਾ ਪੈਕਟ ਕਹਿੰਦੇ 1932 ਦੇ ਵਿੱਚ, ਪੂਨਾ ਪੈਕਟ ਜਿਹੜਾ ਆ ਉਹਦੇ ਵਿੱਚੋਂ ਜਿਹੜਾ ਆਊਟਕਮ ਨਿਕਲਿਆ, ਜੋ ਸਾਨੂੰ ਮਿਲਿਆ, ਉਹ ਐਕਟ ਆਫ 1935 ਜਿਹੜੀ ਆ, ਜਿਹਦੇ ਹਿਸਾਬ ਨਾਲ 1935 'ਚ ਜਿਹੜਾ ਐਕਟ ਬਣਿਆ, ਜਾਂ ਇਲੈਕਸ਼ਨ ਹੋਇਆ, ਉਹ 1932 ਦਾ ਸਾਰਾ ਸਿਸਟਮ ਉਹਦੇ ਵਿੱਚ ਲਾਗੂ ਸੀਗਾ, ਪਰ ਇੰਨੇ ਪੁਰਜ਼ੋਰ ਤਰੀਕੇ ਦੇ ਨਾਲ ਨਹੀਂ ਸੀਗਾ। ਇਸ ਕਰਕੇ ਸੰਵਿਧਾਨ ਦੇ ਵਿੱਚ ਉਹਨੂੰ ਬਹੁਤ ਵੱਡੀ ਤਰ੍ਹਾਂ ਐਲੈਬੋਰੇਟ ਕਰਕੇ ਕੀਤਾ ਗਿਆ। ਸੋ ਕਹਿਣ ਦਾ ਮਤਲਬ ਕਿ ਜੱਦੋਜਹਿਦ ਜਿਹੜੀ ਹੁੰਦੀ ਆ ਜਾਂ ਪੁਰਸ਼ਾਰਥ ਜਿਹੜੀ ਸਟਰਗਲ ਹੁੰਦੀ ਆ ਉਹ ਚੱਲ ਰਹੀ ਹੁੰਦੀ ਆ, ਬਹੁਤ ਦੇਰ ਪਹਿਲਾਂ ਚੱਲ ਰਹੀ ਹੁੰਦੀ ਆ। ਅਤੇ ਕਿਤੇ ਕੋਈ ਇੰਸੀਡੈਂਟ ਹੋਇਆ, ਕਿਤੇ ਕੋਈ ਇੰਸੀਡੈਂਟ ਹੋਇਆ, ਕਿਤੇ ਕੋਈ ਹੈ, ਲੇਕਿਨ ਜਦੋਂ ਫਿਰ ਇਕੱਠਾ ਹੁੰਦਾ ਆ ਫਿਰ ਉਸ ਨੂੰ ਅਸਲੀ ਜਾਮਾ ਜਿਹੜਾ ਉਹ ਪਹਿਨਾਇਆ ਜਾਂਦਾ ਹੈ। ਸੋ ਅਸੀਂ ਆਪਣੇ ਪੁਰਖਿਆਂ ਨੂੰ, ਉਸ ਮਾਤਾ ਨੂੰ ਜਿਹਨੂੰ ਮਹਾਰਾਸ਼ਟਰ ਦੇ ਵਿੱਚ ਬਾਲਿਕਾ ਦਿਨ ਕਹਿੰਦੇ ਆ, ਬਾਲਿਕਾ ਦਿਨ ਮਨਾਉਂਦੇ ਉੱਥੇ। ਬਾਲਿਕਾ ਦਿਨ ਮਤਲਬ ਜਿਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਬੇਟੀ ਦਿਵਸ, ਇੱਦਾਂ ਕਹਿ ਸਕਦੇ ਹਾਂ, ਜਾਂ ਪੂਰੇ ਇੰਡੀਆ ਦੇ ਵਿੱਚ ਅਸੀਂ ਕਹੀਏ ਤਾਂ ਟੀਚਰਸ ਡੇ। ਮਾਤਾ ਸਵਿਤਰੀ ਬਾਈ ਫੂਲੇ ਜੀ ਭਾਰਤ ਦੀ ਪਹਿਲੀ ਮਹਿਲਾ ਅਧਿਆਪਕ ਹੈ। ਸੋ ਉਹਨਾਂ ਦੇ ਚਰਨਾਂ ਦੇ ਵਿੱਚ, ਔਰ ਉਹਨਾਂ ਦੇ ਪਤੀ ਮਹਾਤਮਾ ਫੂਲੇ ਦੇਵ ਜੀ
ਮਹਾਤਮਾ ਜੋਤੀਬਾ ਫੁੱਲੇ ਜੀ, ਉਹਨਾਂ ਦੇ ਚਰਨਾਂ ਦੇ ਵਿੱਚ ਅਸੀਂ ਕੋਟ ਕੋਟ ਪ੍ਰਣਾਮ ਕਰਦੇ ਹਾਂ, ਕਿਉਂਕਿ ਜਦੋਂ ਇੱਕ ਜੋਤੀਬਾ ਫੁੱਲੇ ਜੀ ਜਿਨ੍ਹਾਂ ਨੇ ਉਹਨਾਂ ਨੂੰ ਪੜ੍ਹਾਇਆ, ਮੁੱਢਲੀ ਐਜੂਕੇਸ਼ਨ ਦਿੱਤੀ ਔਰ ਹਾਇਰ ਐਜੂਕੇਸ਼ਨ ਦਿੱਤੀ ਔਰ ਫਿਰ ਪ੍ਰੇਰਿਤ ਕੀਤਾ ਕਿ ਇਹਨਾਂ ਬੱਚਿਆਂ ਨੂੰ ਪੜ੍ਹਾਓ, ਉਹਨਾਂ ਨੇ ਜਾਣ ਲਿਆ ਸੀ। ਔਰ ਇਹ ਬਾਬਾ ਸਾਹਿਬ ਦੇ ਗੁਰੂ ਆ, ਜੋਤੀਬਾ ਫੁੱਲੇ ਬਾਬਾ ਸਾਹਿਬ ਅੰਬੇਡਕਰ ਦੇ ਗੁਰੂ ਆ। ਉਹਨਾਂ ਨੇ ਜਾਣ ਲਿਆ ਸੀ ਕਿ ਘਰ ਦੇ ਵਿੱਚ ਅਗਰ ਔਰਤ ਪੜ੍ਹੀ ਲਿਖੀ ਹੈ ਤਾਂ ਪੂਰਾ ਪਰਿਵਾਰ ਪੜ੍ਹਿਆ ਆ, ਅਗਰ ਸਿਰਫ ਪੁਰਸ਼ ਪੜ੍ਹਿਆ ਆ ਤਾਂ ਸਿਰਫ ਪੁਰਸ਼ ਹੀ ਪੜ੍ਹਿਆ ਆ, ਬਾਕੀ ਕੋਈ ਨਹੀਂ ਪੜ੍ਹਿਆ ਆ। ਭਾਵ ਮਾਤਾ ਨੇ ਘਰ ਵਿੱਚ ਰਹਿਣਾ, ਉਸਨੇ ਅਗਰ ਉਹ ਐਜੂਕੇਟਡ ਆ ਤਾਂ ਆਪਣੇ ਬੱਚੇ ਨੂੰ ਐਜੂਕੇਸ਼ਨ ਹੀ ਦੇਊਗੀ, ਹਰ ਗੱਲ 'ਤੇ, ਹਰ ਮੋੜ 'ਤੇ, ਹਰ ਮਕਾਮ 'ਤੇ ਐਜੂਕੇਸ਼ਨ ਦੇਊਗੀ ਔਰ ਬੱਚੇ ਜਿਹੜੇ ਆ ਉਹ ਐਜੂਕੇਸ਼ਨ ਗ੍ਰਹਿਣ ਕਰਨਗੇ। ਹਰ ਪਾਸੇ ਉਹਨਾਂ ਨੂੰ ਉਹ ਮਾਹੌਲ ਮਿਲੂਗਾ, ਘਰ ਵਿੱਚ ਵੀ ਐਜੂਕੇਸ਼ਨ ਦਾ ਮਾਹੌਲ, ਸਕੂਲ ਜਾਣਗੇ, ਅਧਿਆਪਕਾਂ ਦਾ ਵੀ ਐਜੂਕੇਸ਼ਨ ਦਾ ਮਾਹੌਲ, ਅਤੇ ਅੱਛੇ ਸੰਸਕਾਰ ਔਰ ਅੱਛੇ ਗੁਣ ਜਿਹੜੇ ਆ ਉਹ ਬੱਚੇ ਦੇ ਵਿੱਚ ਆਪਣੇ ਆਪ। ਇਹ ਕਿਹਦੀ ਬਦੌਲਤ? ਇੱਕ ਮਹਿਲਾ ਅਗਰ ਐਜੂਕੇਟਡ ਹੈ ਤਾਂ। ਸੋ ਇਹ ਜਿਹੜੇ ਫਲਸਫੇ ਆ ਇਹ ਸਾਡੇ ਪੁਰਖਿਆਂ ਨੇ ਅਪਣਾਏ ਔਰ ਬਾਬਾ ਸਾਹਿਬ ਅੰਬੇਡਕਰ ਨੇ ਵੀ ਇਹ ਜੋ ਫਲਸਫਾ ਹੈ ਇਸ ਨੂੰ ਹੀ ਅਪਣਾਇਆ ਔਰ ਉਹਨਾਂ ਨੇ ਪੁਰਜ਼ੋਰ ਤਰੀਕੇ ਨਾਲ ਜੋ ਔਰਤ ਵਰਗ ਦੀਆਂ ਗੁਲਾਮੀ ਦੀਆਂ ਜੰਜੀਰਾਂ ਕੱਟੀਆਂ ਉਹਨਾਂ ਨੇ ਔਰ ਬਰਾਬਰ ਦਾ ਅਧਿਕਾਰ ਦਿੱਤਾ। ਇਹ ਸਵਿਤਰੀ ਬਾਈ ਫੂਲੇ ਜੀ ਔਰ ਬਾਬਾ ਸਾਹਿਬ ਅੰਬੇਡਕਰ ਜੀ, ਜੋਤੀਬਾ ਫੂਲੇ ਜੀ ਦੀ ਬਦੌਲਤ ਜਿਹੜੀਆਂ ਸੰਸਾਰ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਅਗਰ ਕੋਈ ਲੇਡੀ ਪ੍ਰਾਈਮ ਮਿਨਿਸਟਰ ਬਣੀ ਆ ਸ਼੍ਰੀਮਤੀ ਇੰਦਰਾ ਗਾਂਧੀ, ਇਟ ਇਜ਼ ਬਿਕੋਜ਼ ਆਫ ਦੈਮ। ਬਾਕੀ ਉਹਨਾਂ ਵਿੱਚ ਤਾਂ ਇੱਦਾਂ ਦਾ ਕੁਛ ਉਹਨਾਂ ਦੇ ਸ਼ਾਸਤਰਾਂ ਵਿੱਚ ਹੀ ਨਹੀਂ ਲਿਖਿਆ ਕਿ ਉਹ ਤਾਂ ਕਹਿੰਦੇ ਕਿ 8ਵੀਂ ਚੋਂ ਤਾਂ 5ਵੀਂ ਜਾਂ 6ਵੀਂ ਤੋਂ ਜ਼ਿਆਦਾ ਪੜ੍ਹਨਾ ਹੀ ਨਹੀਂ ਚਾਹੀਦਾ। ਅਤੇ ਮੇਰਾ ਖਿਆਲ ਕਾਲ ਆਈ ਹੈ, ਦੇਖੀ ਕੌਣ ਹੈ। ਹੈਲੋ, ਜੈ ਗੁਰਦੇਵ ਜੀ। ਹਾਂਜੀ, ਜੈ ਗੁਰਦੇਵ, ਜੈ ਗੁਰਦੇਵ। ਧੰਨ ਗੁਰਦੇਵ ਜੀ, ਕੌਣ ਬੋਲ ਰਿਹਾ ਜੀ? ਮੈਂ ਰਾਜ ਬੰਗਲ ਬੋਲ ਰਿਹਾ ਜੀ। ਰਾਜ ਜੀ, ਧੰਨਵਾਦ ਤੁਹਾਡਾ। ਹਾਂਜੀ, ਕੀ ਕਹਿਣਾ ਚਾਹੁੰਦੇ ਹੋ ਜੀ? ਹਾਂ ਜੀ, ਸਵਿਤਰੀ ਬਾਈ ਫੁੱਲੇ ਦੀ ਤੁਸੀਂ ਗੱਲ ਕਰ ਰਹੇ ਆ। ਹਾਂਜੀ, ਆਈ ਥਿੰਕ ਕਿ ਆਪਾਂ ਜਿੰਨਾ ਕ੍ਰੈਡਿਟ ਦੇਣਾ ਚਾਹੀਦਾ ਸਵਿਤਰੀ ਬਾਈ ਫੁੱਲੇ ਨੂੰ ਉਹਨਾਂ ਦਿੰਦੇ ਨਹੀਂ, ਰਾਈਟ। ਮਤਲਬ ਕਿ ਜਿਹੜੇ ਇੱਥੇ ਯੂਕੇ 'ਚ ਵੀ ਸਕੂਲ ਡਿਨਰਸ ਆ ਜਾਂ ਕਿਤੇ ਵੀ ਆ, ਉਹ ਸ਼ੁਰੂ ਕਿੱਥੋਂ ਹੋਏ ਸੀਗੇ? ਸਵਿਤਰੀ ਬਾਈ ਫੁੱਲੇ ਨੇ ਪਹਿਲਾਂ ਸ਼ੁਰੂ ਕੀਤੇ ਸੀਗੇ, ਰਾਈਟ। ਕਿਵੇਂ 1800 ਦੇ ਵਿੱਚ ਸ਼ੁਰੂ ਕੀਤੇ ਸੀਗੇ, 1848 ਜਾਂ 1848, ਰਾਈਟ। ਇਹ ਵੀ ਉਹਨਾਂ ਦਾ ਕੰਮ ਸ਼ੁਰੂ ਕੀਤਾ ਆ, ਰਾਈਟ। ਜਿਹੜਾ ਸਟਾਈਲ ਆਫ ਐਜੂਕੇਸ਼ਨ ਆ ਨਿਆਣਿਆਂ ਦਾ, ਉਹ ਵੀ ਉਹਨਾਂ ਨੇ ਸ਼ੁਰੂ ਕੀਤਾ, ਰਾਈਟ। ਤਾਂ ਨਾਲ ਇਸ ਕੰਟਰੀ ਦੇ ਵਿੱਚ ਵੀ, ਯੂਕੇ ਦੇ ਵਿੱਚ ਵੀ ਉਸ ਟਾਈਮ ਤੇ ਕੁੜੀ ਨੂੰ ਪੜ੍ਹਾਇਆ ਨਹੀਂ ਜਾ ਸਕਦਾ ਸੀਗਾ, ਉਹ ਪਹਿਲਾਂ ਉੱਥੋਂ ਸ਼ੁਰੂ ਹੋਇਆ। ਆਪਾਂ ਇਨਫ ਕ੍ਰੈਡਿਟ ਨਹੀਂ ਦਿੰਦੇ ਸਵਿਤਰੀ ਬਾਈ ਫੁੱਲੇ ਨੂੰ ਕਿ ਜਿੰਨਾ ਸਾਨੂੰ ਦੇਣਾ ਚਾਹੀਦਾ ਆ। ਹਾਂਜੀ, ਜੇ ਹੁਣ ਸਾਡੀ ਕਮਿਊਨਿਟੀ ਤੋਂ ਉਹ ਤੋਂ ਸ਼ੁਰੂ ਕੀਤਾ ਸੀਗਾ ਕਿ ਕੁੜੀਆਂ ਪੜ੍ਹਨ, ਪਰ ਇਸ ਸਾਰੀ ਦੁਨੀਆ ਦੇ ਵਿੱਚ ਇਹਨਾਂ ਦੀ ਗੱਲ ਗਈ ਆ, ਐਂਡ ਤਾਂ ਉਹ ਚੀਜ਼ਾਂ ਚੀਜ਼ਾਂ ਨਿਆਣਿਆਂ ਨੂੰ ਮਿਲਦੀਆਂ ਕਿ ਕੁੜੀਆਂ ਨੂੰ ਪੜ੍ਹਾ ਸਕਦੇ ਆ। ਦੈਟਸ ਰਾਈਟ। ਹਾਂ, ਓਕੇ, ਬਸ ਇੰਨੀ ਗੱਲ ਕਹਿਣਾ ਚਾਹੁੰਦਾ। ਪ੍ਰੋਗਰਾਮ ਗੁੱਡ ਆ। ਥੈਂਕ ਯੂ ਸਰ, ਥੈਂਕ ਯੂ, ਸੋ ਨਾਈਸ ਆਫ ਯੂ, ਥੈਂਕਸ ਫॉर ਕਾਲਿੰਗ। ਸੋ ਇਹ ਸਾਡੇ ਰਾਜ ਬੰਗੜ ਜੀ, ਟਰਸਟੀ ਸਾਡੇ ਕੰਚੀ ਟੀਵੀ ਦੇ, ਔਰ ਦੇਖੋ ਉਹਨਾਂ ਨੇ ਮਾਤਾ ਸਵਿਤਰੀ ਬਾਈ ਫੁੱਲੇ ਉਹਨਾਂ ਨੂੰ ਦੱਸਿਆ ਕਿ ਉਹ ਨਾ ਕਿ ਸਿਰਫ ਭਾਰਤ ਦੇ ਵਿੱਚ, ਬਾਕੀ ਯੂਰਪ ਦੇ ਵਿੱਚ ਵੀ, ਇੰਗਲੈਂਡ ਦੇ ਵਿੱਚ ਵੀ ਪੜ੍ਹਨ ਦਾ ਅਧਿਕਾਰ ਨਹੀਂ ਸੀ ਬੱਚੀਆਂ ਨੂੰ। तो ਇਹਦਾ ਮਤਲਬ ਤੇ ਜੋ ਸ਼ੁਰੂਆਤ ਹੋਈ ਆ ਉਹ ਮਾਤਾ ਸਵਿਤਰੀ ਬਾਈ ਫੁੱਲੇ ਤੋਂ ਹੀ ਹੋਈ ਹੈ ਤੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਡਿਊ ਕ੍ਰੈਡਿਟ ਆ ਅੱਜ ਤੱਕ ਨਹੀਂ ਮਿਲਿਆ। ਪਰ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਅਸੀਂ ਅਨਪੜ੍ਹ ਸੀ, ਸਾਨੂੰ ਪਤਾ ਨਹੀਂ ਸੀਗਾ। ਜਿੱਦਾਂ ਜਿੱਦਾਂ ਜਨਰੇਸ਼ਨ ਹੁਣ ਐਜੂਕੇਟ ਹੋ ਰਹੀ ਆ, ਅਸੀਂ ਆਪਣੇ ਪੁਰਖਿਆਂ ਨੂੰ ਜਾਣਨਾ ਸ਼ੁਰੂ ਕੀਤਾ ਆ ਔਰ ਜਿਹੜਾ ਸਾਡਾ ਇਤਿਹਾਸ ਨੂੰ ਲੁਕੋਇਆ ਗਿਆ ਉਸ ਨੂੰ ਅਸੀਂ ਫਰੋਲਣਾ ਸ਼ੁਰੂ ਕੀਤਾ, ਲੱਭਣਾ ਸ਼ੁਰੂ ਕੀਤਾ। ਇਹ ਜੋ ਸਾਡਾ ਇਤਿਹਾਸ ਜੋ ਹੈ ਇਹ ਬਾਬਾ ਸਾਹਿਬ ਅੰਬੇਡਕਰ ਨੂੰ ਇੰਡੀਆ ਤੋਂ ਨਹੀਂ ਮਿਲਿਆ ਸੀਗਾ, ਇਹ ਇੰਗਲੈਂਡ ਦੀਆਂ ਲਾਇਬ੍ਰੇਰੀਆਂ ਤੋਂ ਮਿਲਿਆ ਉਹਨਾਂ ਨੂੰ, ਜੋ ਇੱਥੇ ਪੜ੍ਹਨ ਆਏ ਆ, ਅਮਰੀਕਾ ਤੋਂ ਮਿਲਿਆ। ਉੱਥੋਂ ਉਹਨਾਂ ਨੇ ਦੇਖਿਆ ਕਿ ਐਕਚੁਅਲੀ ਪ੍ਰੋਬਲਮ ਕੀ ਹੈ ਸਾਡੀ, ਅਤੇ ਭਾਰਤ ਦੇ ਵਿੱਚ ਤਾਂ ਸਾਡਾ ਇਤਿਹਾਸ ਲੁਕੋਇਆ ਸੀਗਾ। ਤੋ ਜਿੱਦਾਂ ਜਿੱਦਾਂ ਹੁਣ ਅਵੇਅਰਨੈਸ ਹੋ ਰਹੀ ਹੈ, ਜਿੱਦਾਂ ਜਿੱਦਾਂ ਸਾਡੇ ਬੱਚੇ ਐਜੂਕੇਟਡ ਹੋ ਰਹੇ ਆ, ਉਹ ਇਹਨਾਂ ਚੀਜ਼ਾਂ ਨੂੰ ਜਾਣਦੇ ਆ ਔਰ ਇਹਨਾਂ ਚੀਜ਼ਾਂ 'ਤੇ ਕੰਮ ਕਰ ਰਹੇ ਆ ਔਰ ਜੋ ਡਿਊ ਕ੍ਰੈਡਿਟ ਆ ਸਾਡੇ, ਉਹਨਾਂ ਦਾ ਜੋ ਸਤਿਕਾਰ ਜਿਹੜਾ ਨਹੀਂ ਮਿਲਿਆ ਉਹ ਦੇਣ ਦੀ ਪੂਰੀ ਕੋਸ਼ਿਸ਼ ਕਰ ਰਹੇ ਆ। ਔਰ ਅਸੀਂ ਵੀ ਆਪਣੇ ਬੱਚਿਆਂ ਨੂੰ ਇਹੀ ਪ੍ਰੇਰਿਤ ਕਰਦੇ ਹਾਂ ਕਿ ਅਗਰ ਤੁਸੀਂ ਜਾਂ ਅਸੀਂ ਅਗਰ ਹੈਗੇ ਆ ਤਾਂ ਸਾਡਾ ਅਗਰ ਕੋਈ ਵਜੂਦ ਆ ਉਹ ਸਿਰਫ ਸਾਡੇ ਪੁਰਖਿਆਂ ਦਾ। ਸਤਿਗੁਰੂ ਰਵਿਦਾਸ ਮਹਾਰਾਜ ਜੀ 14ਵੀਂ ਸਦੀ ਵਿੱਚ ਅਗਰ ਉਹ ਡੈਮੋਕ੍ਰੇਸੀ ਦੀ ਗੱਲ ਕਰਦੇ ਆ, ਦੇਖੋ 14ਵੀਂ ਸਦੀ ਦੇ ਵਿੱਚ ਅਗਰ ਸੋਚ ਕੇ ਦੇਖੀਏ ਆਪਾਂ, ਦੁਨੀਆ ਦੇ ਵਿੱਚ ਕਿਤੇ ਵੀ ਡੈਮੋਕ੍ਰੇਸੀ ਨਹੀਂ ਸੀ। ਬਰਾਬਰਤਾ ਦੀ ਗੱਲ
ਅਧਿਕਾਰਾਂ ਦੀ ਗੱਲ, बेगमपुरा शहर को नाऊं, दुख होंदे नहीं ते ठाऊं, ना तस्वीर खराज ना माल, खौफ ना खता ना तरस जवाल, अब मोए खूब बतन के पाई, उहाँ खैर सदा मेरे पाई। सो ये जड़ा ख्याल आ डेमोक्रेसी का, तो जिन्ने भी एजुकेटेड लोग आ वो तो यही समझते रहे कि यह देन काल मार्क्स दी आ, लेकिन अगर डगाई ना असीं देखिए तो ये देन सतगुरु रविदास महाराज की 14वीं सदी दे विच आ। अज असीं डेमोक्रेसी, इंडिया इज़ द बिगेस्ट डेमोक्रेसी इन द वर्ल्ड, इंग्लैंड जिथे असीं हैगे हैं इट्स द ओल्डेस्ट डेमोक्रेसी इन द वर्ल्ड। सो अगर इन्हां दी असीं गल कर रहे हैं तो वो 14वीं सदी दे विच साडे महापुरुषां ने, साडे पुरखियां ने गल कर दित्ती सी। सो जिस तरह एजुकेशन जिहड़ा है, जिस तरह बाणी दे विच भी बहुत बार असीं कई बारी दसदे हैं कि सतगुरु रविदास महाराज जी ने और बाबा साहब अम्बेडकर ने भी एजुकेशन ते जोर दिता। उन्होंने कहा कि एक इस तरह का हथियार वा कि बहुत पावरफुल आ, दो धारी तलवार है एजुकेशन। सो असी ये चाहते हैं कि साडे जिहड़े पुरखियां ने जो सपने लए, संघर्ष किए, जां उन्होंने जो अपने पिंडे ते मानसिक तौर पर, जिसमानी तौर पर जो उन्होंने अत्याचार हंडाए, उस तो बाद भी कभी हारे नहीं और उन्होंने अपने मकाम हासिल किए। सिर्फ अपने वास्ते नहीं उन्होंने किए, उन्होंने साढ़े वास्ते किए, जिहड़े अज जो चल रहे हैं उन्होंने वास्ते किए। तो साडा ये अखलाकी फर्ज बनता है उन्होंने सलूट करन दा और उन्होंने प्रवचनों को मनण दा और उन्होंने दसे हुए रास्ते पर चलण दा। सो अगे वधदे हुए साडे कोल एक जलंधर शहर दे विच एक थोड़ी जी प्रॉब्लम आई आ। एक स्टूडेंट, एक कॉलेज है उत्थे सिटी यूनीवर्सिटी शाहपुर जलंधर, उत्थे 2017 तो साडे स्टूडेंट्स जिहड़े हैगे आ उन्हां दी स्कॉलरशिप और उन्हां दी डिग्रियां उन्होंने रोकियां आ। और पंजाब दे विच, जलंधर दे विच आले दुआले जिन्नी भी जथेबंदियां, जिन्नी भी ऑर्गेनाइजेशनस आ, वो पिछले 4 दिन तो लगातार प्रोटेस्ट कर रही हैं कि ये जो उन्होंने नाल अत्याचार हो रहा है ये बंद होवे, उन्हों दा जिहड़ा ड्यू जिहड़े उन्होंने टैसटीमनीज आ, उन्होंने डिग्रियां जां उन्हों दा स्कॉलरशिप आ, उन्होंने दिता जाए। सो प्रोटेस्ट चल रहा है और असी भी इत्थों यही आवाज़ बुलंद करते हैं कि ये जिहड़े अधिकार आ, फंडामेंटल राइट आ साडा, उन्होंने स्टूडेंट्स का फंडामेंटल राइट उन्होंने ये मिले जाए, उन्होंने दिता जाए, उन्होंने स्कॉलरशिप उन्होंने दिते जान और उन्होंने जिहड़ियां डिग्रियां रोकी हुई हैं, टेस्टिमोनी इज़ द बिगेस्ट थिंग, उन्होंने वो रोक नहीं सकते हो। जब उन्होंने एक चीज़ पास की है तो वो जी उन्होंने डिग्री उन्होंने जरूर मिलनी चाहिए है। सो असी भी इत्थों पुरजोर मंग कर रहे हैं। सो अगे बढ़ते हुए जिस तरह साढ़े को टाइम थोड़ा रह गया, आप कंक्लूड करते हैं कि जिस तरह सतगुरु रविदास महाराज जी कहते हैं कि रविदास मनुख कर बसन कुंग, दोई है एक ठाव, एक सुख स्वराज में, दूसर मरगट गाँव। उन्होंने समाज के हर पिलर को टच किया, चाहे वो आर्थिक पिलर हो, क्योंकि उन्होंने कहा है कि एक आदर्श समाज जोड़ा आ उहदे 4 पिलर मजबूत होने चाहिए। धार्मिक पिलर, आर्थिक पिलर, राजनीतिक पिलर ते समाजिक पिलर। ये जदों मजबूत होणगे तो वो समाज एक आदर्श समाज होवेगा और उसनू दुनिया के किसी समाज की कतार में खड़ा कर दो तो अव्वल नंबर आएगा। सो उन्होंने हर इस पिलर को टच किया, चाहे वो राजनीतिक टच क्यों ना हो। इत्थे उन्होंने कहा कि अगर कुछ है, अगर सुख किसी को मिल सकता तो स्वराज दे विच मिल सकता, या फिर जो मन तो बाद जड़ियाँ कबरां उत्थे सुख मिल सकता है। सो पराधीनता पाप है। उन्होंने कहा गुलामी जिहड़ी है यह पाप है, इसनू सानू हटाउणा आ, क्योंकि जो पाप करता है वो तो पापी हैगा ही आ, जो जुल्म करता है वो तो पापी हैगा ही आ, लेकिन जो जुल्म सहंदा आ वो महापापी है। सतगुरु रविदास महाराज जी साडे जिन्हें भी, सतगुरु नानक देव जी महाराज हर गल ते हर प्रवचन दे विच सानू ये शिक्षा दिंदे आ कि किस तरह जात पात का किस तरह खंडन करते हैं। वो कहते कि कोई सब जो लोग, हर इंसान जड़ा आ वो समान आ,
ਕਿਸੇ ਦੇ ਨਾਲ ਕੋਈ ਭੇਦਭਾਵ ਨਹੀਂ ਹੈ। ਅਗਰ ਉਸ ਨੂੰ ਜਾਣਿਆ ਜਾਣਾ ਚਾਹੀਦਾ ਹੈ ਤਾਂ ਉਸ ਦੇ ਕਰਮ ਤੋਂ ਜਾਣਿਆ ਜਾਣਾ ਚਾਹੀਦਾ ਹੈ, ਨਾ ਕਿ ਉਸ ਦੇ ਜਨਮ ਤੋਂ। ਰਵਿਦਾਸ ਜਨਮ ਕੇ ਕਾਰਣੇ ਹੋਤ ਨਾ ਕੋ ਨੀਚ। ਸਤਿਗੁਰਾਂ ਨੇ ਸਪਸ਼ਟ ਕਰ ਦਿੱਤਾ ਔਰ ਚੈਲੰਜ ਕਰ ਦਿੱਤਾ, ਰਵਿਦਾਸ ਜਨਮ ਕੇ ਕਾਰਣੇ ਹੋਤ ਨਾ ਕੋਈ ਨੀਚ। ਕੋਈ ਵੀ ਜਨਮ ਤੇ ਨੀਚ ਨਹੀਂ ਹੋ ਸਕਦਾ। ਨਰਕ ਔਰ ਨੀਚ ਕਰ ਡਰ ਹੈ ओछे कर्म की कीच, कि जिस तरह से अगर कोई बुरा कर्म करता है तो वो बुरा है, वो नीच है। लेकिन अगर कोई अच्छा कर्म करता है और सच ते चलता है, ईमानदारी ते चलता है, तो वो कभी भी नीच नहीं हो सकता, चाहे किसी भी वर्ग का हो, किसी भी रंग भेद वर्ण का हो, कोई भी हो दुनिया का किसी कोई भी मनुख हो। सो आपां नूं सारे जो साडे महापुरुषों के जो बाणी है, उन्होंने प्रवचन हैं, उन्होंने पुरुषार्थ हैं, उन्होंने जो संघर्ष किए हुए हैं, उन्होंने सानू अपने दिलो दिमाग दे विच वसा के उन्होंने काम करते हुए अगे बढ़ना है। और जो साडी आने वाली जनरेशन आ, उन्होंने सानू ये संदेश जिहड़े आ उन्होंने तक पास ऑन करने, ये साडा फर्ज बनता है। और अगर असी किसी मुकाम पर हैगे हैं, डजन रियली मैटर विच कास्ट और विच रिलीजन, डजन रियली मैटर, पर यह फार्मूला तो हर ते अप्लाई होंदा कि अगर अज असी कुछ भी हैगे हैं तो सानू पे बैक टू सोसाइटी जिहड़ा आ वो जरूर करना चाहिए है। जिहड़े गरीब लोग आ, डाउन ट्रोडन आ, उन्होंने अगर साडे विच समर्था हैगी आ तो सानू उन्होंने इस तरह की हैल्प करनी चाहिए आ जिहड़ी ਉਹ ਵਧਣੇ ਫੁੱਲਣ ਵਾਲੀ ਹੋਵੇ, ਉਹ ਆਪਣੇ ਪੈਰਾਂ 'ਤੇ ਖੜੇ ਹੋਣ ਵਾਲੀ ਹੋਵੇ। ਜਿਸ ਤਰ੍ਹਾਂ ਬਹੁਤ ਸਾਰੀਆਂ ਸੰਸਥਾਵਾਂ ਆ, ਉਹ ਕੋਈ ਕੋਚਿੰਗ ਸੈਂਟਰ ਜਿੱਦਾਂ IAS IPS ਦੀ ਜੋ ਕੋਚਿੰਗ ਸੈਂਟਰ ਬਣਾ ਰਹੇ ਆ, ਸਾਡੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਮਿਸ਼ਨ ਵਰਲਡ ਵਾਈਡ ਉਹ ਕੋਚਿੰਗ ਸੈਂਟਰ ਬਣਾ ਰਹੇ ਆ। ਹੋਰ ਵੀ ਬਹੁਤ ਸਾਰੀਆਂ ਸੰਸਥਾ ਜਿਹੜੀਆਂ ਇਹ ਕੰਮ ਕਰ ਰਹੀਆਂ ਔਰ ਉਹ ਬਹੁਤ ਸ਼ਲਾਘਾਯੋਗ ਇਹ ਕੰਮ ਹੈਗੇ ਆ। और जिन्ने भी NRI वीर है साडे या परिवार है वो उत्थे अपने योगदान पाते हैं। अगर किसी बच्चे ने अज के टाइम ते जिसने जिहड़ा एलिजिबल आ एक सिविल सर्विस एग्जाम दे विच IAS बनना चाहुंदा है, अगर वो कोचिंग लेना चाहुंदा तो 4-5 लाख रुपये की फीस जिस तरह मैं सुनिया कि इन्नी क लगदी है, तो गरीब बच्चा चाहे इंटैलीजेंट भी होवे वो नहीं कर सकता। फिर ये अदारे जिहड़े बने इस तरह के बने कि वो हैल्प करते हैं, वो कोचिंग सेंटर लेंदे आ और टीचर मंगाते आ, प्रोफैसर मंगाते आ, उन्होंने पे देंदे आ 3 महीने 4 महीने या 5 महीने उन्होंने कोचिंग दिवा के फ्री ऑफ कॉस्ट। और कोचिंग उन्होंने दिंदे आ जिहड़े बच्चे ब्रिलियंट आ, कोई सिफारिश नहीं चलती, उन्होंने टैसट लिया जाता है, जिन्हों के 90% तो उपर मार्क्स टैसट के आते हैं, उन्होंने कोचिंग सेंटर के लिया जाता, ताकि जो उन्होंने अंदर काबलियत है, जो टैलेंट है उन्होंने अंदर, जो इंटैलीजेंसी है, वो किते व्यर्थ ना चली जाए। और उन्होंने कोचिंग दे के कंपीटिशन दे विच भेजा जाता है। जिस तरह पहला प्रीलिमिनरी एग्जाम आ, प्रीलिमिनरी तो बाद मेन एग्जाम है, मेन एग्जाम तो बाद इंटरव्यू है। और अगर तिन्ने पड़ावां नूं कोई भी स्टूडेंट जिहड़ा बच्चा साडा पास करता है तो वह फिर एक जां तो फिर IPS की कैप लैके आउंदा आ, जां फिर एक बहुत बड़ा अधिकारी, इस तो उपर कुछ नहीं है, IAS बन के वो जो साडे देश की सेवा करता है। सो साडे असी जिन्ने भी इस तरह के अदारे आ, असी उन्होंने यही बेनती करते हैं कि वो इस तरह के काम करते रहन। और NRI जो परिवार हैं, जिस तरह सारे बहुत दानी परिवार है, मैं देखा कि बहुत ही सेवावां करते हैं, तो वो इस तरह दी सेवावां जिहड़ियां निभाउंदे रहन। एक बार फिर आप जी नूं दस दईए, याद करा दईए कि सतगुरु रविदास महाराज का गुरपुरब जो है 27 फरवरी 2021 नूं आ रहा है, और दिन उस दिन शनिचरवार है। और कंच TV ते सतगुरु रविदास महाराज अमृत बाणी सतगुरु रविदास महाराज की जापां की लड़ी जिहड़ी चल रही है। और सारिਆਂ ਨੂੰ बेनती करते हैं कि जो अपने पाठ जिहड़े आ अपने परिवारों की सुख शांति वास्ते सतगुरु रविदास महाराज दे विच समर्पित होने वास्ते जो पाठ आ वो जरूर बुक कराओ। और जो साडियां भैणां जिहड़ियां हैं वो जो काम कर रही हैं, पाठ भी करदियां हैं, होर प्रोग्राम भी बहुत करदियां हैं, और बहुत वो कंच TV की हैल्प कर रही हैं। आई मीन हैल्प नहीं, सेवा कर रही हैं बहुत ज़्यादा।
ਤੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਔਰ ਜਿੰਨੇ ਸਾਡੇ ਟਰਸਟੀ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਰਾਜ ਬੰਗੜ ਜੀ ਆ, ਸਾਡੇ ਚੇਅਰਮੈਨ ਹੰਸਰਾਜ ਬੰਗਾ ਜੀ ਆ, ਉਹ ਦੇਖੋ ਉਹਨਾਂ ਦੀ ਸੇਵਾਵਾਂ ਤਾਂ ਬਹੁਤ ਜ਼ਿਆਦਾ ਹੈਗੀਆਂ। ਉਹਨਾਂ ਨੂੰ ਹਮੇਸ਼ਾ ਸਾਡਾ ਸਲੂਟ ਰਹਿੰਦਾ ਹੈ ਕਿ ਇੰਨਾ ਵੱਡਾ ਪਲੇਟਫਾਰਮ ਉਹਨਾਂ ਨੇ ਕੌਮ ਨੂੰ ਮਿਲ ਕੇ ਟਰਸਟੀਆਂ ਨੇ ਦਿੱਤਾ ਹੈ, ਔਰ ਉਹ ਚੇਅਰਮੈਨ ਹੈਗੇ ਆ, ਇਸ ਕਰਕੇ ਉਹਨਾਂ ਨੂੰ ਸਲੂਟ ਜਾਂਦਾ ਆ। ਬਾਕੀ ਜੱਖੂ ਜੀ, ਸਾਡੇ ਬਲਵੀਰ ਕਲੇਰ ਜੀ ਜੋ ਕਿ ਪ੍ਰੈਜ਼ੀਡੈਂਟ ਹਨ, ਔਰ ਸਾਡੇ ਦੂਸਰੇ ਹੋਰ ਜਿੰਨੇ ਵੀ ਟਰਸਟੀ ਜੋ ਸਾਡੇ ਟਰਸਟੀ ਹਨ, ਉਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਜਾਂਦੇ ਜਾਂਦੇ ਦੇਖੀਏ ਸਾਡੇ ਨਾਲ ਕੌਣ ਗੱਲ ਕਰਨਾ ਚਾਹੁੰਦੇ ਆ। ਕੌਣ? ਹੈਲੋ, ਜੈ ਗੁਰਦੇਵ ਜੀ। ਹੈਲੋ, ਜੈ ਗੁਰਦੇਵ ਜੀ। ਹਾਂਜੀ, ਧੰਨ ਗੁਰਦੇਵ ਜੀ। ਕੌਣ ਬੋਲ ਰਹੇ ਜੀ? ਕੈਲਾਸ਼ ਆ। ਜੈ ਗੁਰਦੇਵ। ਮੈਂ ਮੁੜ ਕੇ ਫਿਰ ਟੈਲੀਫੋਨ ਕੀਤਾ, ਮੈਂ ਇਸ ਕਰਕੇ ਕੀਤਾ ਸੀਗਾ। ਹਾਂਜੀ, ਨੌਲੇਜ ਸੁਣਨੀ ਚਾਹੁੰਦਾ ਸੀਗਾ। ਆਪਣੇ ਜਿਹੜੇ ਕਹਿੰਦੇ ਸੀ ਨਾ ਤੁਸੀਂ ਡਾਕਟਰ ਮੇਦਗਰ ਹੁਣੀ ਜਾ ਕੇ ਆਉਂਦੇ ਆ ਉੱਥੇ ਮਹਾਰਾਂ ਦੇ ਨਾਲ, ਤੇ ਉਹਨਾਂ ਨੇ ਜੰਗ ਲੜੀ ਸੀਗੀ ਪੈਸ਼ਵਾ ਨਾਲ। ਉਹ ਕਾਹਤੇ ਲੜੀ ਸੀ, ਕੀ ਵਜ੍ਹਾ ਕੀ ਸੀ ਕਿ ਜਿਹੜੇ ਮਹਾਰਾਂ ਨੇ ਗੋਰਿਆਂ ਨਾਲ ਰਲ ਕੇ? ਪਰ ਜਿੱਥੇ ਤੱਕ ਮੈਂ ਸਟੋਰੀ ਇਹ ਮਾੜੀ ਜਿਹੀ ਸੁਣੀ ਸੀਗੀ, ਜਿਹਦਾ ਨਾ ਇਹ ਜਿਹੜੇ ਪੇਸ਼ਵਾ ਜਿਹੜੇ ਸੀਗੇ ਇਹ ਆਪਣੇ ਲੋਕਾਂ ਤੇ ਜ਼ੁਲਮ ਬਹੁਤ ਕਰਦੇ ਹੁੰਦੇ ਸੀਗੇ, ਛਾਪੇ ਮਾਰਦੇ ਸੀ। ਤੇ ਇਹਨਾਂ ਨੂੰ ਕਿਹਾ ਵੀ ਸੀਗਾ ਆਪਣੇ ਮਹਾਰਾਂ ਨੇ ਕਿ ਅਸੀਂ, ਸਾਨੂੰ ਗੋਰੇ ਕਹਿੰਦੇ ਸਾਡੀ ਮਿਲਟਰੀ 'ਚ ਹੋ ਜਾਓ, ਜੇ ਅਸੀਂ ਤੁਹਾਡੇ ਨਾਲ ਰਲੀਏ ਤੇ ਤੁਸੀਂ ਸਾਨੂੰ ਕੀ ਕਰੋਗੇ? ਉਹ ਕਹਿੰਦੇ ਤੁਸੀਂ ਤਾਂ ਜੁੱਤੀ ਆ ਸਾਡੇ ਪੈਰਾਂ ਦੀ। ਤੇ ਹਾਂਜੀ, ਮੈਂ ਇਹੀ ਕੈਲਾਸ਼ ਜੀ ਮੈਂ ਇਹ ਐਕਸਪਲੇਨ ਕੀਤਾ। ਅਗਰ ਤੁਸੀਂ ਇਹਦੇ ਬਾਰੇ ਜਿਹਦਾ ਨਾ ਸਟੋਰੀ ਜਾਂ ਤੁਸੀਂ ਟਾਈਮ ਕੱਢ ਕੇ ਕਿਸੇ ਦਿਨ ਪ੍ਰੋਗਰਾਮ ਲੈ ਕੇ ਆਓ, ਠੀਕ ਹੈ, ਜਿਹੜੀ ਆਪਣੀ ਸੰਗਤ ਨੂੰ ਪਤਾ ਲੱਗੇ ਪ੍ਰੋਪਰਲੀ। ਠੀਕ ਹੈ ਸਰ, ਠੀਕ ਹੈ, ਠੀਕ ਹੈ। ਹੁਣ ਆਪਣੇ ਕੋਲ 28 ਸਕਿੰਟ ਰਹਿ ਗਏ। ਥੈਂਕ ਯੂ ਵੈਰੀ ਮੱਚ ਕਾਲ ਕਰਨ ਦਾ ਜੀ ਤੁਹਾਡਾ। ਸੋ ਜਾਂਦੇ ਜਾਂਦੇ ਇੱਕ ਵਾਰ ਫਿਰ 2 ਘੰਟੇ ਬਰਦਾਸ਼ਤ ਕੀਤਾ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਔਰ ਜਦੋਂ ਫਿਰ ਕਦੀ ਵੀ ਮੌਕਾ ਮਿਲੇਗਾ ਆਪ ਦੀ ਸੇਵਾ ਦੇ ਵਿੱਚ ਜ਼ਰੂਰ ਹਾਜ਼ਰ ਹੋਵਾਂਗੇ। ਇੱਕ ਵਾਰ ਫਿਰ ਸਾਰੇ ਹੀ ਜਿੰਨੇ ਵੀ ਕਾਂਚੀ ਟੀਵੀ ਨੂੰ ਸੁਣਨ ਵਾਲੇ, ਦੇਖਣ ਵਾਲੇ ਸਾਡੇ ਸਰੋਤਾਗਣ ਹਨ, ਸਾਡੇ ਦਰਸ਼ਕਾਂ ਨੂੰ ਸਾਰਿਆਂ ਨੂੰ ਇੱਕ ਵਾਰ ਫਿਰ ਜੈ ਗੁਰਦੇਵ ਜੀ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ ਜੀ।